नानक होत निहाल किन का एक जिस जीव बसावे। किन का एक जिस जीव बसावे। ताकि महिमा गनी न आवे कांखी एक दर्श तुहारो। कांखी एक दर्श तुहारो। नानक उद संग मोहे उदारो। मूक उचरै शास्त्र खट। पिंग गिरन चढ़ जाए। अंध लखै बदरो सुने। जो काल कृपा कराए। ज्यों बुलावे त्यों बोले स्वामी कुदरत कवन हमारी। साध संग नानक जास गायो। जो प्रभ की अत प्यारी। मैं वंदना करदा जी। मैं वंदना करदा जी। जोड़ हाथ चरनी शीस निवाके। 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 मैं वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। मैं वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। मैं वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। चरनी शीस निवाके। 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 चरनी शीस निवाके। चरनी शीस निवाके। जोड़ हाथ चरनी शीस निवाके। चरनी शीस निवाके। जोड़ हाथ चरनी शीस निवाके। मैं वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। मैं वंदना करदा जी। जोड़ हाथ चरनी शीस निवाके। वंदना करदा जी। जोड़ हाथ चरनी शीस निवाके। मैं वंदना करदा जी। जोड़ हाथ चरनी शीस निवाके। वंदना
ਅਨੇਕ ਵਾਰ ਸਰਬ ਕਲਾ ਸਮਰਾਥ ਬੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹਾਥ ਗੁਰ ਨਾਨਕ ਤੇ ਆਦ ਲੈ ਦਸਵੇਂ ਗੁਰ ਪਰਿਅੰਤ ਬਾਰ ਹੈ ਬੰਦਨਾ ਯਾਦ ਸ੍ਰੀ ਗੁਰੂ ਗ੍ਰੰਥ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਪਾਰ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲਈਏ। ਜਿੰਨੀਆਂ ਵੀ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਬੈਠੀਆਂ ਹਨ, ਤਨ ਕਰਕੇ ਮਨ ਕਰਕੇ ਆਪੋ ਆਪਣੀ ਹਾਜ਼ਰੀ ਲਗਵਾ ਰਹੀਆਂ ਨੇ। ਆਦਬ ਸਹਿਤ ਗੁਰੂ ਸਾਹਿਬ ਜੀ ਨੂੰ ਸੀਸ ਝੁਕਾਓ, ਹੱਥ ਜੋੜੋ, ਆਪੋ ਆਪਣੀ ਹਾਜ਼ਰੀ ਲਗਵਾਓ। ਸਾਰੀ ਸੰਗਤ ਇੱਕ ਵਾਰੀ ਆਖਣ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਕਾਰਯੋਗ ਭਾਈ ਮਨਤੀਰ ਸਿੰਘ ਜੀ ਹੁਣਾਂ ਦੀ ਰਿਟਾਇਰਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰਾ ਸਮਾਗਮ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹਿਣ ਦਾ ਸਮਾਂ ਆਪਾਂ ਸਾਰਿਆਂ ਨੂੰ ਮਿਲਿਆ ਹੈ। ਸਤਸੰਗ ਦੀਆਂ ਘੜੀਆਂ, ਸਤਸੰਗ ਦਾ ਆਨੰਦ ਮਾਣਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਸਾਰਿਆਂ ਨੂੰ ਸਮਾਂ ਦਿੱਤਾ ਹੈ। ਆਓ ਸਮੇਂ ਤੋਂ ਪੂਰਾ ਲਾਭ ਲਈਏ। ਜਿੰਨੇ ਵੀ ਆਪ ਜੀ ਹਾਜ਼ਰ ਬੈਠੇ ਹੋ, ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪੋ ਆਪਣੇ ਮਨ ਨੂੰ ਟਿਕਾਓ। ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਿੰਨਾ ਸਮਾਂ ਮਨ ਦੀ ਇਕਾਗਰਤਾ ਨਹੀਂ ਹੋਏਗੀ, ਟਿਕਾ ਨਹੀਂ ਹੋਏਗਾ, ਉਹਨਾਂ ਸਮਾਂ ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਬੁਲਾਰਾ ਤੁਹਾਡੇ ਸਾਹਮਣੇ ਬੈਠਾ ਹੋਵੇ, ਕਦੇ ਵੀ ਲਾਹਾ ਨਹੀਂ ਲਿਆ ਜਾ ਸਕਦਾ, ਕਦੇ ਵੀ ਆਨੰਦ ਪੂਰੀ ਤਰ੍ਹਾਂ ਨਹੀਂ ਆ ਸਕਦਾ ਹੈ। ਇਸ ਕਰਕੇ ਜ਼ਰੂਰੀ ਹੈ, ਜਿੱਥੇ ਆਪ ਜੀ ਤਨ ਕਰਕੇ ਇੱਥੇ ਆਏ ਹੋ, ਸੱਦੇ ਦੇ ਉੱਪਰ ਤਨ ਕਰਕੇ ਬੈਠੇ ਹੋ, ਉੱਥੇ ਆਪੋ ਆਪਣੇ ਮਨ ਨੂੰ ਵੀ ਹਾਜ਼ਰ ਕਰੋ। ਕੋਈ ਬਹੁਤਾ ਲੰਮਾ ਸਮਾਂ ਨਹੀਂ, ਆਪਾਂ ਤਕਰੀਬਨ 12:30 ਹੱਦ ਤੋਂ ਹੱਦ ਹੋਰ 5-10 ਮਿੰਟ ਉੱਪਰ ਥੱਲੇ ਹੋ ਜਾਣਗੇ, ਸਮਾਪਤੀ ਕਰ ਦੇਣੀ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਦਾ ਵਚਨ ਵੀ ਹੈ, ਆਪਾਂ ਸਾਰੇ ਪੜ੍ਹਦੇ ਹਾਂ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਵਿੱਚ ਸਭ ਤੋਂ ਉੱਤਮ ਕਰਮ ਹੈ ਪਰਮਾਤਮਾ ਦੀ ਵਡਿਆਈ ਕਰਨੀ, ਹਰ ਜਸ ਕਰਨਾ, ਨਾਮ ਜਪਣਾ। ਦਾਸ ਤਕਰੀਬਨ ਹਰ ਥਾਂ 'ਤੇ ਇਹ ਬੇਨਤੀ ਕਰਦਾ ਹੈ ਕਿ ਵੇਖੋ ਭਾਈ, ਲੰਗਰ ਲਾ ਦੇਣੇ, ਦਾਨ ਪੁੰਨ ਕਰਨੇ, ਕਿਸੇ ਨਿਰਵਸਤਰ ਨੂੰ ਵਸਤਰ ਲੈ ਦੇਣੇ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ, ਗੁਰੂ ਘਰ ਰੁਮਾਲੇ ਲੈ ਜਾਣੇ, ਦੇਗਾਂ ਲੈ ਜਾਣੀਆਂ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਪਰ ਇਹਨਾਂ ਕੰਮਾਂ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਉਹ ਆਦਰ ਨਹੀਂ ਮਿਲਦਾ ਜਿਹੜਾ ਆਦਰ ਲੈਣ ਵਾਸਤੇ ਆਪਾਂ ਸਾਰੇ ਸੰਸਾਰ ਵਿੱਚ ਆਏ ਹਾਂ, ਪਰਮਾਤਮਾ ਦੀ ਦਰਗਾਹ ਦੇ ਵਿੱਚੋਂ।
ਮਹਾਰਾਜ ਕਹਿੰਦੇ ਨੇ ਪੁੰਨ ਦਾਨ ਜਪ ਤਪ ਜੇਤੇ ਸਭ ਹੀ ਉੱਪਰ ਨਾਮ। ਜਿੰਨੇ ਵੀ ਪੁੰਨ ਦਾਨ ਨੇ, ਜਿੰਨੇ ਵੀ ਜਪ ਤਪ ਨੇ, ਜਿੰਨੀਆਂ ਸੇਵਾਵਾਂ ਹਨ, ਸਭ ਤੋਂ ਸ਼੍ਰੋਮਣੀ ਕੰਮ ਹੈ ਸਾਧ ਸੰਗਤ ਵਿੱਚ ਬੈਠ ਕੇ ਰੱਬ ਦਾ ਨਾਮ ਜਪਣਾ, ਵਡਿਆਈ ਕਰਨੀ, ਹਰ ਜਸ ਕਰਨਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਰਹਿਣਾ। ਸਾਰਿਆਂ ਕੰਮਾਂ ਤੋਂ ਸ਼੍ਰੋਮਣੀ ਕੰਮ ਹੈ ਸੰਗਤ ਵਿੱਚ ਬੈਠ ਕੇ ਰੱਬ ਦੇ ਬੰਦਿਆਂ ਦੀ, ਮਹਾਂਪੁਰਸ਼ਾਂ ਦੀ, ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ ਜਾਵੇ। ਪਰ ਮਹਾਰਾਜ ਕਹਿੰਦੇ ਨੇ ਮਿਲਦੀ ਉਹਨਾਂ ਨੂੰ, ਪ੍ਰਾਪਤ ਉਹਨਾਂ ਨੂੰ ਹੁੰਦੀ ਹੈ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਰਹਿਣਾ। ਜਿਹਦੇ ਪਿਛਲੇ ਕਰਮ ਚੰਗੇ ਹੋਣ, ਜਿਹਦਾ ਪਿਛਲਾ ਕਰਮ ਕੋਈ ਜਾਗ ਪਵੇ, ਉਹਨੂੰ ਸੰਗਤ ਵਿੱਚ ਬਹਿਣ ਦਾ ਸਮਾਂ ਪ੍ਰਾਪਤ ਹੁੰਦਾ ਜੀ। ਇਹ ਯਾਦ ਰੱਖਿਓ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਹੁਤ ਸੋਹਣਾ ਬਚਨ ਕਰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ, ਜੇ ਤਾਂ ਕਿਸੇ ਦੇ ਮਾੜੇ ਭਾਗ ਜ਼ਿਆਦਾ ਨੇ, ਮਾੜੇ ਪੁੰਨ ਜ਼ਿਆਦੇ ਨੇ, ਮਾੜੇ ਕਰਮ ਜ਼ਿਆਦੇ ਨੇ, ਤਾਂ ਉਹਦੇ ਜਿਹੜੇ ਚੰਗੇ ਕਰਮਾਂ ਨੂੰ ਉਹ ਅੱਗੇ ਨਹੀਂ ਆਉਣ ਦਿੰਦੇ, ਰੋਕ ਕੇ ਰੱਖ ਦਿੰਦੇ। ਤੇ ਜੇ ਕਿਸੇ ਦੇ ਚੰਗੇ ਕਰਮ ਜ਼ਿਆਦੇ ਨੇ, ਪੁੰਨ ਜ਼ਿਆਦੇ ਹਨ, ਪਾਪ ਘੱਟ ਹਨ, ਉਹ ਮਾੜੇ ਕਰਮਾਂ ਨੂੰ ਦਬਾ ਕੇ ਰੱਖਦੇ ਨੇ। ਪਰ ਇਹ ਕੋਈ ਮਤ ਸੋਚੇ ਵੀ ਕਰਮਾਂ ਦਾ ਲੇਖਾ ਨਹੀਂ ਹੋਏਗਾ, ਉਹ ਤਾਂ ਹੋਏਗਾ, ਚਾਹੇ ਮਾੜੇ ਨੇ ਚਾਹੇ ਚੰਗੇ ਹਨ। ਕਦੇ ਨਾ ਕਦੇ ਫਿਰ ਜਦੋਂ ਭਾਗ ਮਾੜਾ ਅੱਗੇ ਆ ਜਾਂਦਾ ਫਿਰ ਉਹਦਾ ਲੇਖਾ ਹੋ ਜਾਂਦਾ ਹੈ, ਜਦੋਂ ਚੰਗਾ ਅੱਗੇ ਆ ਜਾਂਦਾ ਉਹਦਾ ਲੇਖਾ ਹੋ ਜਾਂਦਾ ਹੈ। ਇਹ ਵੀ ਆਪਣਾ ਕੋਈ ਨਾ ਕੋਈ ਚੰਗਾ ਭਾਗ ਜਾਗਦਾ ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਹਾਂ। ਸੋ ਆਓ ਸਮੇਂ ਦੇ ਹਿਸਾਬ ਨਾਲ ਆਪਾਂ ਥੋੜ੍ਹੀ ਜਿਹੀ ਸੰਖੇਪ ਬੇਨਤੀ ਰੱਖੀਏ। ਡਾਕਟਰ ਮਨਜੀਤ ਸਿੰਘ ਜੀ ਹੁਣਾਂ ਨੇ ਆਪਣੀ ਰਿਟਾਇਰਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਹੈ, ਔਰ ਲੈਣਾ ਵੀ ਚਾਹੀਦਾ ਹੈ, ਕਿਉਂਕਿ ਸਿੱਖ ਦੇ ਜੀਵਨ ਦਾ ਆਧਾਰ ਹੈ ਬਾਣੀ। ਜਿਹੜੇ ਸਿੱਖ ਦੇ ਪੱਲੇ ਬਾਣੀ ਨਹੀਂ ਹੈ, ਬਾਣੀ ਤੋਂ ਬਗੈਰ ਬਾਣਾ ਕਿਸੇ ਕੰਮ ਦਾ ਨਹੀਂ, ਤੇ ਬਾਣੇ ਤੋਂ ਬਿਨਾਂ ਇਹ ਕਹਿ ਲਈਏ ਬਾਣੀ ਵੀ ਕਿਸੇ ਕੰਮ ਦੀ ਨਹੀਂ। ਦੋਵੇਂ ਚੀਜ਼ਾਂ ਜ਼ਰੂਰੀ ਨੇ। ਸਿਆਣੇ ਹੋ ਤੁਸੀਂ। ਆਪਣਿਆਂ ਨਗਰਾਂ ਦੇ ਵਿੱਚ, ਆਪਣਿਆਂ ਕਸਬਿਆਂ, ਇਲਾਕਿਆਂ ਵਿੱਚ ਨਹਿਰਾਂ ਵਗਦੀਆਂ ਨੇ, ਜਿਹੜੀ ਨਹਿਰ ਦੇ ਦੋ ਕਿਨਾਰੇ ਹੋਣਗੇ ਪਾਣੀ ਉਹਦੇ ਵਿੱਚ ਵਗੇਗਾ। ਜਿਹਦਾ ਕਿਨਾਰਾ ਇੱਕ ਹੋਏਗਾ ਉਹ 'ਚ ਪਾਣੀ ਵਗੇਗਾ ਨਹੀਂ, ਉਹ ਖਰਾਬ ਕਰੇਗਾ ਫਸਲਾਂ ਨੂੰ ਆਸੇ ਪਾਸੇ। ਪੰਛੀ ਹੁੰਦਾ ਹੈ, ਪੰਛੀ ਦੇ ਦੋ ਖੰਭ ਹੋਣਗੇ ਤੇ ਤਾਂ ਉਡਾਰੀ ਭਰ ਸਕਦਾ, ਇੱਕ ਖੰਭ ਦੇ ਨਾਲ ਪੰਛੀ ਉਡਾਰੀ ਨਹੀਂ ਭਰ ਸਕਦਾ ਹੈ ਕਦੇ। ਸਿੱਖ ਵੀ ਉਹਦੀ ਸਿੱਖੀ ਸੰਪੂਰਨ ਉਸੇ ਸਿੱਖ ਦੀ ਮੰਨੀ ਜਾਏਗੀ ਜਿਹਦੇ ਕੋਲ ਬਾਣੀ ਔਰ ਬਾਣਾ ਦੋਵੇਂ ਖੰਭ ਹੋਣਗੇ। ਕਈ ਸਾਡੇ 'ਚ ਇਹੋ ਜਿਹੇ ਗੁਰਸਿੱਖ ਹਨ ਜਿਹੜੇ ਕਹਿੰਦੇ ਨੇ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ, ਬਾਣੇ ਦੀ ਲੋੜ ਨਹੀਂ, ਅਸੀਂ ਤਾਂ ਭਾਈ ਉੱਦਾਂ ਹੀ ਬਾਣੀ ਬਹੁਤ ਪੜ੍ਹਦੇ ਹਾਂ। ਤੇ ਕਈ ਉਹ ਨੇ ਜਿਨ੍ਹਾਂ ਨੇ ਇਕੱਲਾ ਬਾਣਾ ਹੀ ਪਾਇਆ ਹੋਇਆ, ਬਾਣੀ ਦੇ ਲਾਗੇ ਦੀ ਵੀ ਨਹੀਂ ਲੰਘਦੇ ਹਨ, ਕਦੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਦੇ ਕੀਤਾ। ਇਹ ਭਾਈ ਦੋਵੇਂ ਅਧੂਰੇ ਹਨ। ਬਾਣੀ ਔਰ ਬਾਣਾ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਦੋਵੇਂ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ, ਸੇਵਾ ਤੇ ਸਿਮਰਨ। ਭਾਈ ਮਨਜੀਤ ਸਿੰਘ ਜੀ ਹੁਣਾਂ ਨੇ ਵੇਖੋ, ਸਿੱਖ ਦੇ ਹਰ ਕੰਮ ਦੇ ਵਿੱਚ ਗੁਰੂ ਅੱਗੇ ਹੋਣਾ ਚਾਹੀਦਾ ਹੈ। ਤੇ ਯਾਦ ਰੱਖਿਓ, ਜਦੋਂ ਸਿੱਖ ਦੇ ਹਰ ਕੰਮ ਦੇ ਵਿੱਚ ਗੁਰੂ ਅੱਗੇ ਹੋਏਗਾ, ਗੁਰੂ ਇੱਕ ਨੰਬਰ ਤੇ ਹੋਏਗਾ, ਸੰਸਾਰ ਦੇ ਕਿਸੇ ਕੰਮ ਨੂੰ ਹੱਥ ਪਾ ਲਿਓ, ਕਦੇ ਘਾਟਾ ਨਹੀਂ ਖਾਓਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੇ ਘਾਟਾ ਨਹੀਂ ਪਏਗਾ। ਸਿੱਖ ਘਾਟਾ ਖਾਂਦਾ ਹੀ ਉਦੋਂ ਹੈ, ਮਨੁੱਖ ਘਾਟਾ ਖਾਂਦਾ ਹੀ ਉਦੋਂ ਹੈ ਜਦੋਂ ਆਪਣੀਆਂ ਮਨਮਰਜ਼ੀਆਂ ਤੇ ਆ ਜਾਵੇ। ਜਿਹੜਾ ਮਨ ਦੀ ਮੱਤ ਪਿੱਛੇ ਚੱਲੇਗਾ, ਗੁਰੂ ਦੇ ਪਿੱਛੋਂ ਬੇਮੁਖ ਹੋਏਗਾ, ਉਹ ਸਦਾ ਫਿਰ ਘਾਟੇ 'ਚ ਹੀ ਰਹੇਗਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈਂ, ਕੋਈ ਪੁੱਛੋ ਵਿਵੇਕੀਆਂ ਜਾਏ। ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ, ਗੁਰੂ ਦੇ ਹੁਕਮ ਵਿੱਚ ਰਹਿ ਕੇ ਹੀ, ਮਹਾਂਪੁਰਖਾਂ ਦੇ ਹੁਕਮ ਵਿੱਚ ਰਹਿ ਕੇ ਹੀ ਸੁਖ ਹੈ। ਸੰਤੋਂ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੋ ਇਸ ਗੱਲ ਦੀ ਖੁਸ਼ੀ ਹੈ। ਆ ਤੁਹਾਡੇ ਇੱਥੇ ਮੈਂ ਜਦੋਂ ਬੈਠਾ ਸੀ ਆ ਕੇ ਪਿੱਛੇ ਬੋਰਡ ਲੱਗਾ ਹੋਇਆ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਏਗਾ। ਇਹਦੇ ਵਿੱਚ ਨਾ ਲਿਖਿਆ ਹੋਇਆ, ਧਿਆਨ ਮਾਰਿਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਜਾਣ ਲੱਗੇ ਆ ਨਾ ਜੀ, ਹਜ਼ੂਰ ਸਾਹਿਬ ਦੀ ਧਰਤੀ ਤੇ ਸੱਚਖੰਡ ਜਾਣ ਲੱਗਿਆ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਖਾਲਸੇ ਨੂੰ 52 ਵਚਨ ਦਿੱਤੇ ਸੀ ਜੀ। 52 ਹੁਕਮ ਕਹਿ ਲਓ।
ਮਹਾਰਾਜ ਜਾਣ ਲੱਗੇ ਸਿੱਖਾਂ ਨੇ ਹੱਥ ਜੋੜ ਕੇ ਪੁੱਛਿਆ, ਸੱਚੇ ਪਾਤਸ਼ਾਹ ਸਾਨੂੰ ਹੁਣ ਕਿਹਦੇ ਲੜ ਲਾ ਕੇ ਚੱਲੇ ਹੋ? ਸਾਡਾ ਅਗਲਾ ਗੁਰੂ ਜਿਹਦੇ ਕੋਲ ਸੇਧ ਲੈ ਸਕੀਏ ਕੌਣ ਹੋਏਗਾ? ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 5 ਪੈਸੇ ਅਦਾਲਤ ਰੱਖ ਕੇ ਸੱਚੇ ਪਾਤਸ਼ਾਹ ਨੇ ਸ੍ਰੀ ਸਾਹਿਬ ਭੇਟ ਕਰਕੇ ਮੱਥਾ ਟੇਕ ਦਿੱਤਾ। ਤੇ ਮੱਥਾ ਟੇਕਣ ਤੋਂ ਬਾਅਦ ਵਿੱਚ ਮਹਾਰਾਜ ਨੇ ਫਿਰ ਖਾਲਸੇ ਨੂੰ 52 ਹੁਕਮ ਕੀਤੇ ਸੀ ਜੀ। ਉਹਨਾਂ 52 ਹੁਕਮਾਂ ਦੇ ਵਿੱਚ ਸਭ ਤੋਂ ਪਹਿਲਾ ਹੁਕਮ ਤੁਸੀਂ ਆ ਲਿਖਿਆ ਪੜ੍ਹ ਸਕਦੇ ਹੋ, ਕਿਰਤ ਧਰਮ ਦੀ ਕਰਨੀ। ਇਹੀ ਲਿਖਿਆ ਨਾ ਜੀ ਪਹਿਲਾ ਬਚਨ, ਕਿਰਤ ਪੜ੍ਹੋ ਖਾਂ, ਕਿਰਤ ਧਰਮ ਦੀ ਕਰਨੀ। ਕਿਰਤ ਵਿੱਚ ਤੇ ਧੰਦੇ ਵਿੱਚ ਫਰਕ ਹੈ ਜੀ ਬਹੁਤ। ਇਸ ਗੱਲ ਨੂੰ ਮੈਂ ਤੁਹਾਡੇ ਕੋਲ ਮਾਫੀ ਮੰਗ ਕੇ ਬੇਨਤੀ ਲੱਗਾ ਕਰਨ। ਧੰਦਾ ਤਕਰੀਬਨ ਆਪਾਂ ਸਾਰੇ ਹੀ ਕਰਦੇ ਹਾਂ, ਕਿਰਤ ਕੋਈ ਭਾਗਾਂ ਵਾਲਾ ਕਰਦਾ ਹੈ। ਕਿਰਤ ਉਹ ਹੁੰਦੀ ਹੈ 10 ਨੋਹਾਂ ਦੀ ਕਿਰਤ ਜਿਹੜੀ ਸੱਚੀ ਸੁੱਚੀ ਕਿਸੇ ਦਾ ਹੱਕ ਨਾ ਮਾਰਿਆ ਹੋਵੇ, ਕਿਰਤ ਕਰਦੇ ਹੋਏ ਰੱਬ ਦੀ ਯਾਦ ਨਾ ਭੁੱਲੀ ਹੋਵੇ, ਬੇਗਾਨਾ ਹੱਕ ਨਾ ਮਾਰ ਕੇ ਆਪਣੇ ਹੱਕ ਦੀ ਖਾਧੀ ਹੋਵੇ ਜਿਸਨੇ, ਉਹ ਹੁੰਦੀ ਹੈ ਕਿਰਤ। ਤੇ ਜਿਹਦੇ ਵਿੱਚ ਕਿਸੇ ਦਾ ਹੱਕ ਰਲਿਆ ਹੋਵੇ, ਬੇਈਮਾਨੀ ਹੋਵੇ, ਝੂਠ ਫਰੇਬੀ ਹੋਵੇ, ਉਹ ਕਿਰਤ ਨਹੀਂ ਹੁੰਦੀ, ਉਹ ਧੰਦਾ ਹੁੰਦਾ ਹੈ। ਤੇ ਮਹਾਰਾਜ ਦਾ ਅਗਲਾ ਵਚਨ ਧਿਆਨ ਨਾਲ ਪੜ੍ਹਿਓ। ਮਹਾਰਾਜ ਕਹਿੰਦੇ ਕਿਰਤ ਧਰਮ ਦੀ ਕਰਨੀ। ਦੂਜਾ ਵਚਨ ਹੈ ਦਸਵੰਧ ਕੱਢਣਾ। ਹਰ ਸਿੱਖ ਨੇ ਦਸਵੰਧ ਕੱਢਣਾ ਹੈ। ਜਿੰਨੀ ਵੀ ਕਿਸੇ ਦੀ ਕਿਰਤ ਕਮਾਈ ਹੈ, ਇਨਕਮ ਹੈ, ਮੰਨ ਕੇ ਚੱਲੋ ਕਿਸੇ ਨੂੰ 10,000 ਰੁਪਈਆ ਮਹੀਨੇ ਦਾ ਇਨਕਮ ਆਉਂਦੀ ਘਰ ਦੇ ਵਿੱਚ, ਤੇ ਉਹਦਾ 10ਵਾਂ ਹਿੱਸਾ ਬਣਦਾ ਹੈ ਜੀ 1000। ਸਿੱਖ ਨੇ ਆਪਣੀ ਕਮਾਈ ਚੋਂ 10ਵਾਂ ਹਿੱਸਾ ਗੁਰੂ ਦੇ ਨਿਮਿੱਤ ਦੇਣਾ ਹੈ। ਅਸੀਂ ਹੁਣ ਕੀ ਕਰਦੇ ਹਾਂ, ਸਾਡਾ ਤੇ ਹਾਲ ਇਹ ਹੋ ਗਿਆ, ਕਹਿਣ ਲੱਗੇ ਕਹਿਣਾਂਗੇ ਗੁਰਦੁਆਰੇ ਅਖੰਡ ਪਾਠ ਰਖਾਇਆ ਹੋਇਆ, ਜਾਓ 100 ਰੁਪਈਆ ਕਰਾਈ ਦੇ ਆਓ, 500 ਰੁਪਈਆ ਦੇ ਆਓ ਭਾਈ, ਤੇ ਕਹਿਣਗੇ ਅਸੀਂ ਦਸਵੰਧ ਕੱਢਦੇ ਹਾਂ। ਨਹੀਂ, ਉਹ ਦਸਵੰਧ ਨਹੀਂ ਹੁੰਦਾ। ਦਸਵੰਧ ਹੁੰਦਾ ਆਪਣੀ ਕਿਰਤ ਵਿੱਚੋਂ 9 ਹਿੱਸੇ ਤੁਸੀਂ ਰੱਖ ਲਓ, 10ਵਾਂ ਹਿੱਸਾ ਗੁਰੂ ਦੇ ਕੱਢ ਕੇ ਰੱਖ ਲਓ। ਤੇ ਜ਼ਰੂਰੀ ਨਹੀਂ ਹੈ, ਮੈਂ ਇਹ ਵੀ ਨਹੀਂ ਕਹਿੰਦਾ ਭਾਈ ਗੁਰਦੁਆਰੇ ਮੱਥਾ ਨਾ ਟੇਕੋ, ਟੇਕਿਆ ਕਰੋ। ਗੁਰਦੁਆਰਾ ਸਾਹਿਬ ਮੱਥਾ ਗੋਲਕਾਂ 'ਚ ਮਾਇਆ ਪਾਓਗੇ ਤਾਂ ਹੀ ਚੱਲਣਗੇ ਇਹ। ਅੱਜ ਸਾਡੇ ਪ੍ਰਚਾਰਕ ਇਹ ਵੀ ਕਹਿੰਦੇ ਵੀ ਗੁਰਦੁਆਰਿਆਂ 'ਚ ਗੋਲਕਾਂ ਚੱਕ ਦੇਣੀਆਂ ਚਾਹੀਦੀਆਂ ਜੀ, ਇਹ ਇਹਨਾਂ ਦੀ ਲੋੜ ਨਹੀਂ ਹੈ ਜੀ, ਇੱਥੇ ਮਾਇਆ ਨਾ ਚੜਾਓ ਜੀ। ਨਹੀਂ, ਇਹ ਵੀ ਨਹੀਂ ਗੱਲ ਭਾਈ, ਇਹ ਸਥਾਨ ਵੀ ਮਾਇਆ ਨਾਲ ਹੀ ਚੱਲਦੇ ਨੇ। ਪਰ ਜੇ ਤੁਸੀਂ ਮਾਇਆ ਦਾ ਮੱਥਾ ਇੱਥੇ ਨਹੀਂ ਟੇਕਣਾ ਚਾਹੁੰਦੇ, ਸਿੱਧੀ ਗੋਲਕ ਵਿੱਚ ਨਹੀਂ ਪਾਉਣੀ ਚਾਹੁੰਦੇ, ਜ਼ਰੂਰੀ ਨਹੀਂ ਹੈ 10ਵਾਂ ਹਿੱਸਾ ਆਪਣਾ ਕੱਢੋ ਤੇ ਕੱਢ ਕੇ ਆਪਣੇ ਹੱਥੀਂ ਚੰਗੇ ਥਾਂ ਲਾ ਦਿਓ। ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਓ, ਕਿਸੇ ਨੰਗੇ ਨੂੰ ਵਸਤਰ ਲੈ ਦਿਓ, ਕਿਸੇ ਨੂੰ ਦਵਾਈ ਲੈ ਦਿਓ। ਇੱਥੇ ਧਰਮ ਦਾ ਕੰਮ ਹੈ। 10ਵਾਂ ਹਿੱਸਾ ਸਿੱਖ ਨੇ ਆਪਣੀ ਕਮਾਈ ਚੋਂ ਗੁਰੂ ਨਿਮਿੱਤ ਕੱਢਣਾ ਹੈ। ਤੇ ਜਿਹੜਾ ਕੱਢੇਗਾ, ਮਹਾਰਾਜ ਕਹਿੰਦੇ ਨੇ ਹਰ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ। ਜਿਹੜੇ ਰੱਬ ਦੇ ਰਾਹ ਵਿੱਚ ਰੱਬ ਦੇ ਅਰਥ ਖਰਚਦੇ ਹਨ ਉਹ ਸਦਾ ਸੁਖੀ ਰਹਿੰਦੇ ਨੇ, ਤੇ ਜਿਹੜੇ ਦਸਵੰਧ ਨਹੀਂ ਕੱਢਦੇ ਹਨ, ਬੇਈਮਾਨੀ ਰੱਖਦੇ ਨੇ, ਉਹਨਾਂ ਬਾਬਤ ਬਾਣੀ ਵਿੱਚ ਇਤਿਹਾਸ ਦੇ ਵਚਨ ਹਨ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਜਿਹੜੇ ਗੁਰੂ ਕਿਆਂ ਨੂੰ ਨਹੀਂ ਨਾ ਦਿੰਦੇ, ਗੁਰੂ ਕੇ ਨਿਮਿੱਤ ਨਹੀਂ ਖਰਚ ਕਰਦੇ, ਇਤਿਹਾਸ ਦੇ ਵਚਨ ਨੇ, ਗੁਰੂ ਸਾਹਿਬ ਕਹਿੰਦੇ ਉਹਨਾਂ ਕੋ ਫਿਰ ਬਾਬਰ ਕੇ ਖੋਹ ਕੇ ਲੈ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਰ ਕੇ ਕਿਹੜੇ ਨੇ ਭਾਈ? ਬਾਬਰ ਕੇ ਹੋ ਗਏ ਆ ਹਸਪਤਾਲਾਂ ਵਿੱਚ ਮਾਇਆ ਬਿਮਾਰੀਆਂ ਤੇ ਲੱਗ ਜਾਣੀ, ਥਾਣਿਆਂ ਕੋਰਟ ਕਚਹਿਰੀਆਂ ਵਿੱਚ ਲੱਗ ਜਾਣੀ, ਮਾੜਿਆਂ ਕੰਮਾਂ ਜੂਏ ਜਵਾਰੀਆਂ ਤੇ ਲੱਗ ਜਾਣੀ। ਇਹ ਬਾਬਰ ਕੇ ਲੈ ਜਾਂਦੇ ਨੇ ਨਾ। ਸਿਆਣੇ ਕਹਿੰਦੇ ਹੁੰਦੇ ਨੇ, ਰੱਬਾ ਦਾਨ ਕਰਾਮੀ ਡੰਨ ਨਾ ਭਰਾਮੀ। ਡੰਨ ਭਰਨਾ ਔਖਾ ਹੈ, ਦਾਨ ਕਰਨਾ ਸੌਖਾ ਹੈ। ਤੇ ਯਾਦ ਰੱਖਿਓ, ਡੰਨ ਭਰਿਆ ਹੋਇਆ ਜਿਹੜੀ ਮਾਇਆ ਹੈ ਉਹ ਵਾਪਸ ਨਹੀਂ ਆਏਗੀ। ਉਹ ਭੁੱਲ ਜਾਓਗੇ ਮੁੜ ਕੇ ਆਏਗੀ ਨਹੀਂ, ਪਰ ਦਾਨ ਕੀਤੇ ਦੀ ਤਾਂ ਆਸ ਹੁੰਦੀ, ਮੁੜ ਕੇ ਗੁਰੂ ਸਾਹਿਬ ਦੁੱਗਣਾ ਕਰਕੇ ਮੋੜਨਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਗੱਲ ਇਹ ਹੈ ਵੀ ਸਿੱਖ ਆਪਣੇ ਗੁਰੂ ਦੇ ਪ੍ਰਤੀ ਵਫਾਦਾਰ ਹੋਵੇ ਪੂਰਾ। ਮੈਂ ਵਿਚਾਰ ਇੱਥੋਂ ਆਰੰਭ ਕੀਤੀ ਸੀ, ਭਾਈ ਮਨਤੀਰ ਸਿੰਘ ਜੀ ਹੋਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਹੈ। ਸਹਿਜ ਪਾਠ ਦੇ ਭੋਗ ਪਏ ਹਨ ਤੇ ਮਹਾਰਾਜ ਦੇ ਚਰਨ ਦਾ ਓਟ ਆਸਰਾ ਤੱਕਿਆ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ। ਤੇ ਜਿਹੜਾ ਸਿੱਖ ਗੁਰੂ ਨੂੰ ਹਰ ਕੰਮ ਵਿੱਚ ਮੋਹਰੇ ਰੱਖੇਗਾ, ਗੁਰੂ ਉਹਨੂੰ ਵੀ ਪਿੱਛੇ ਨਹੀਂ ਕਦੇ ਕਰਦਾ ਹੈ, ਉਹਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ ਹੈ। ਅਸੀਂ ਥਾਂ ਥਾਂ ਤੇ ਜਾ ਕੇ ਸੁੱਖ ਭਾਲਦੇ ਫਿਰਦੇ ਹਾਂ। ਕਦੇ ਕਹਿੰਦੇ ਸਾਡੇ ਬੱਚੇ ਸਾਡੇ ਕਹਿਣੇ 'ਚ ਨਹੀਂ, ਕਦੇ ਕਹਿੰਦੇ ਸਾਡਾ ਕਾਰੋਬਾਰ ਸਹੀ ਨਹੀਂ ਚੱਲਦਾ, ਕਦੇ ਕਹਿੰਦੇ ਆ ਸਾਨੂੰ ਸੁੱਖ ਨਹੀਂ ਹੁੰਦਾ, ਸਾਡਾ ਸਰੀਰ ਠੀਕ ਨਹੀਂ ਰਹਿੰਦਾ ਹੈ। ਯਾਦ ਰੱਖਿਓ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਜੇ ਸੁੱਖ ਲੈਣਾ ਨਾ ਤਾਂ ਇੱਕੋ ਕੰਮ ਕਰਨਾ ਪਏਗਾ।
शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। सदा वास्ते जाना है। शरण गुरां दी आ जा जे सुख सदा वास्ते जाना है। हाँ जी शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाना है। शरण गुरां दी आ जा जे सुख सदा वास्ते जाना है। जे सुख सदा वास्ते जाता है। जे सुख सदा वास्ते हाँ सदा वास्ते जाता है। जे सुख सदा वास्ते जाता है। सदा वास्ते जाता है। जे सुख सदा वास्ते जाता है। सदा वास्ते जाता है। जे सुख सदा वास्ते जाता है। सदा वास्ते जाना जे सुख सदा वास्ते जाना है। सदा वास्ते जाना जे सुख सदा वास्ते जाना है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाता है। शरण गुरां दी आ जा जे सुख सदा वास्ते जाना है। शरण गुरां दी आ जा जे सुख सदा वास्ते जाना है। सतगुर शरणी आया बहुड़ नहीं विनाश। गुर बिन घोर अंधार गुरु बिन समझ ना आवे। गुर बिन सुरत ना सिद्ध गुरु बिन मुक्त ना पावे। गुर कर सच विचार गुरु कर रे मन मेरे। गुर कर शब्द सपुन अगन कटे सब तेरे। गुर नैन बैन गुर गुर करो गुरु सच का विनल कह। जिन गुरु ना देखियो नौह कियो ते अके हथ संसार में। ਇਹ ਵਡਿਆਈਆਂ ਇਹ ਖੇਡ ਇਹ ਸਾਰੇ ਸੁੱਖ ਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਹਨ। ਤੇ ਯਾਦ ਰੱਖਿਓ ਜਿਹੜਾ ਪੱਕਾ ਸਿੱਖ ਹੋਏਗਾ ਜਿਹਨੇ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਹਿਰਦੇ ਤੋਂ ਧਾਰਨ ਕੀਤਾ ਹੋਏਗਾ ਨਾ ਜੀ ਉਹ ਕਿਸੇ ਹੋਰ ਥਾਂ ਦਾ ਕਦੇ ਮੁਹਤਾਜ ਨਹੀਂ ਹੁੰਦਾ। ਫਿਰ ਉਹ ਥਾਂ ਥਾਂ ਜਾ ਕੇ ਭਟਕਦਾ ਨਹੀਂ ਫਿਰਦਾ ਹੈ। ਮੈਂ ਇਸ ਗੱਲ ਦੀ ਆਪ ਜੀ ਕੋ ਮਾਫੀ ਮੰਗਾ। ਅਸੀਂ ਕਿਸੇ ਨੂੰ ਮਾੜਾ ਨਹੀਂ ਭਾਈ ਕਹਿੰਦੇ। ਸਾਰੇ ਸਤਿਕਾਰਯੋਗ ਨੇ। ਜਿੰਨੇ ਗੁਰੂ ਪੀਰ ਪੈਗੰਬਰ ਅਵਤਾਰ ਮਹਾਂਪੁਰਖਾਂ ਨੂੰ ਸਾਰੇ ਸਤਿਕਾਰਯੋਗ ਨੇ। ਮੈਂ ਬਹੁਤ ਥਾਵਾਂ 'ਤੇ ਬੇਨਤੀ ਕਰਦਾ ਹੁੰਦਾ ਜੀ ਵੀ ਸਿੱਖ ਨੇ ਕਦੇ ਭੁੱਲ ਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮਾੜਾ ਨਹੀਂ ਕਹਿਣਾ। ਸਾਰੇ ਸਤਿਕਾਰਯੋਗ ਨੇ ਪਰ ਉਹ ਸਿੱਖ ਨਹੀਂ ਕਦੇ ਹੋ ਸਕਦਾ ਜਿਹੜਾ ਸਵੇਰੇ ਕਿਤੇ ਹੋਰ ਮੱਥਾ ਟੇਕ ਆਵੇ, ਦੁਪਹਿਰੇ ਕਿਤੇ ਹੋਰ ਟੇਕ ਆਵੇ, ਸ਼ਾਮ ਨੂੰ ਕਿਤੇ ਹੋਰ ਜਾ ਆਵੇ। ਥਾਂ ਥਾਂ 'ਤੇ ਨਹੀਂ ਭਾਈ। ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਪਾਸਾ। ਥਾਂ ਥਾਂ ਦੇ ਭਟਕਣ ਨਾਲੋਂ ਇੱਕ ਥਾਂ ਦਾ ਹੋ ਕੇ ਬਹਿਣ ਵਿੱਚ ਭਲਾ ਹੈ। ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਹੈ ਸਭ ਕੋਏ। ਜੋ ਏਕ ਦਰ ਕਾ ਹੋਏ ਰਹੈ ਤੋ ਦੁਰ ਦੁਰ ਕਹੈ ਨਾ ਕੋਈ। ਕਿਸੇ ਕਵੀ ਨੇ ਬਹੁਤ ਸੋਹਣਾ ਲਿਖਿਆ। ਉਹ ਕਹਿੰਦੇ ਜਿਸ ਕੂਕਰ ਦੇ ਗਲ ਵਿੱਚ ਕਿਸੇ ਮਾਲਕ ਦੇ ਨਾਮ ਦਾ ਪਟਾ ਪਾਇਆ ਹੋਵੇ ਨਾ ਜੀ, ਜਿਸ ਕੁੱਤੇ ਦੇ ਗਲ ਵਿੱਚ, ਕਹਿੰਦੇ ਉਹਦੇ ਤਾਂ ਬੰਦਾ ਮਾਰਨ ਲੱਗਾ 100 ਵਾਰੀ ਸੋਚਦਾ ਵੀ ਫਲਾਣੇ ਦਾ ਰੱਖਿਆ ਹੋਇਆ ਹੈ ਬਈ। ਜਿਹੜਾ ਥਾਂ ਥਾਂ 'ਤੇ ਫਿਰੇਗਾ ਉਹਨੂੰ ਸਾਰੇ ਦੁਰ ਦੁਰ ਕਹਿਣਗੇ, ਭਜਾਉਣਗੇ, ਉਹਦੇ ਮਾਰਨਗੇ ਵੀ ਜ਼ਰੂਰ। ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਹੈ ਸਭ ਕੋਏ। ਜੇ ਇੱਕ ਥਾਂ ਦਾ ਬਣ ਕੇ ਬੈਠ ਜਾਵੇ, ਇੱਕ ਦੀ ਆਸ ਰੱਖ ਲਵੇ, ਜੋ ਏਕ ਦਰ ਕਾ ਹੋਏ ਰਹਿ ਤਾਂ ਦੁਰ ਦੁਰ ਕਹੇ ਨਾ ਕੋਈ। ਇਸ ਕਰਕੇ ਸਦਾ ਇੱਕ ਥਾਂ 'ਤੇ ਆਸ ਰੱਖਣੀ ਚਾਹੀਦੀ। ਭਾਵੇਂ ਲੱਖਾਂ ਹਨੇਰੀਆਂ ਆ ਜਾਣ, ਲੱਖਾਂ ਸੁੱਖ ਆ ਜਾਣ, ਕੁਛ ਹੋ ਜਾਵੇ, ਮਾੜਾ ਚੰਗਾ ਸਮਾਂ ਆ ਜਾਵੇ,
ਸਿੱਖ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਜਾ ਕੇ ਪੱਲਾ ਨਹੀਂ ਅੜਦਾ ਹੈ। ਇਤਿਹਾਸ ਦੀ ਇੱਕ ਬਹੁਤ ਸੋਹਣੀ ਘਟਨਾ ਹੈ ਜੀ। ਅੱਗੇ ਹੁਣ 3 ਤਰੀਕ ਨੂੰ ਆਪਾਂ ਸਾਰਿਆਂ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ ਜੀ, ਗੜ੍ਹ ਸ਼ੰਕਰ ਦੇ ਰਹਿਣ ਵਾਲਾ ਸੀ ਸਿੱਖ। ਇਹ ਸਿੱਖ ਦਾ ਨਾਮ ਸੀ ਭਾਈ ਤਿਲਕੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਕੋਲੋਂ ਇਹਨੇ ਗੁਰਸਿੱਖੀ ਲਈ ਹੋਈ ਸੀ। ਇਹ ਗੁਰਸਿੱਖੀ ਲੈ ਕੇ ਮਹਾਰਾਜ ਦੇ ਬਚਨ ਕਮਾਉਂਦਾ ਸੀ। ਸਵੇਰੇ ਉੱਠਣਾ, ਆਪਣਾ ਨਿਤਨੇਮ ਇਸ਼ਨਾਨ ਪਾਣੀ ਕਰਨਾ, ਦਿਨੇ ਸਾਰੀ ਦਿਹਾੜੀ ਕਿਰਤ ਕਰਨੀ, ਜਪੀ ਤਪੀ ਗੁਰਸਿੱਖ ਸੀ। ਆਪਣੇ ਘਰ ਵਿੱਚ ਰਹਿ ਕੇ ਘਰ ਰਹਿੰਦਾ ਹੋਇਆ ਗੁਰੂ ਸਾਹਿਬ ਜੀ ਦੇ ਅਸੂਲਾਂ ਨੂੰ ਮੰਨ ਰਿਹਾ ਸੀ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਏ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਵੰਡ ਵੀ ਛਕਣਾ, ਸੰਸਾਰ ਦੇ ਵਿੱਚ ਵੀ ਰਹਿਣਾ ਹੈ ਤੇ ਸੰਸਾਰ ਤੋਂ ਪਾਸੇ ਵੀ ਰਹਿਣਾ ਹੈ। ਰੱਬ ਦੇ ਰਾਹ ਤੇ ਘਰ-ਬਾਰ ਛੱਡ ਕੇ ਨਹੀਂ ਲੱਗਿਆ ਜਾ ਸਕਦਾ। ਘਰ-ਬਾਰ ਦੇ ਵਿੱਚ ਰਹਿ ਕੇ ਜੈਸੇ ਜਲ ਮਹਿ ਕਮਲ ਨਰਾਲਮ ਮੁਰਗਾ ਆਈ ਨੇ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਲਿਖਾਣੈ। ਜਿਵੇਂ ਮੁਰਗਾਈ ਪਾਣੀ ਦੇ ਵਿੱਚ ਰਹਿ ਕੇ ਆਪਣੇ ਖੰਭ ਨਹੀਂ ਨਾ ਭਿੱਜਣ ਦਿੰਦੀ ਹੈ, ਪਾਣੀ ਵਿੱਚ ਰਹਿੰਦੀ ਹੋਈ ਵੀ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਚਿੱਕੜ ਵਿੱਚ ਖਿੜ ਕੇ ਵੀ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ। ਮਹਾਰਾਜ ਕਹਿੰਦੇ ਸਿੱਖ ਨੇ ਵੀ ਆਪਣੇ ਪਰਿਵਾਰ, ਧੀਆਂ ਪੁੱਤਾਂ, ਜ਼ਮੀਨ ਜਾਇਦਾਦਾਂ ਦੇ ਵਿੱਚ ਰਹਿ ਕੇ ਇਹਨਾਂ ਤੋਂ ਨਿਰਲੇਪ ਹੋ ਕੇ ਰਹਿਣਾ ਹੈ। ਤੇ ਯਾਦ ਰੱਖਿਓ, ਇਹੋ ਜਿਹੇ ਗੁਰੂ ਨਾਨਕ ਦੇ ਬਹੁਤ ਸਿੱਖ ਹਨ, ਅਭਿਆਸੀ ਹਨ, ਜਿਹੜੇ ਆਪਣੇ ਘਰਾਂ ਵਿੱਚ ਬੈਠ ਕੇ ਬਾਣੀ ਪੜ੍ਹਦੇ ਨੇ, ਸੱਚੀ ਸੁੱਚੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਕੇ ਛਕਦੇ ਨੇ, ਤੇ ਉਹ ਆਪਣੇ ਘਰਾਂ ਵਿੱਚ ਬੈਠੇ ਹੀ ਸੰਤ ਨੇ। ਆਖੋ ਸਤਿਨਾਮ ਵਾਹਿਗੁਰੂ। ਉਹ ਆਪਣੇ ਘਰ ਬੈਠਾ ਹੀ ਸੰਤ ਹੈ। ਜ਼ਰੂਰੀ ਨਹੀਂ ਹੁੰਦਾ ਹੈ ਵੀ ਕੋਈ ਚੋਲਾ ਪਾਏਗਾ, ਨਾਲ 5-7 ਚੇਲੇ ਰੱਖੇਗਾ, ਡੇਰਾ ਬਣਾਏਗਾ ਤੇ ਫੇਰ ਹੀ ਸੰਤ ਬਣੇਗਾ। ਨਹੀਂ, ਗੁਰੂ ਨਾਨਕ ਦੇ ਸਿੱਖ ਤਾਂ ਇਹੋ ਜਿਹੇ ਸੰਤ ਵੀ ਬੈਠੇ ਨੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੀ ਨਹੀਂ। ਨਾਲ ਦਾ ਬੈਠਾ ਬੰਦਾ ਇਹ ਨਹੀਂ ਪਤਾ ਹੁੰਦਾ ਕਿੰਨਾ ਕੁ ਭਜਨੀਕ ਬੈਠਾ ਹੈ, ਕਿੰਨਾ ਕੁ ਬਾਣੀ ਪੜ੍ਹਨ ਵਾਲਾ ਬੈਠਾ ਹੈ। ਇਹ ਕੋਈ ਪੈਰਾਮੀਟਰ ਨਹੀਂ ਹੈ ਇਸ ਗੱਲ ਦਾ। ਇਹ ਨਾਪ ਤੋਲ ਨਹੀਂ ਆਪਾਂ ਕਰ ਸਕਦੇ ਵੀ ਆਹ ਹੀ ਡੈਫੀਨੇਸ਼ਨ ਸੰਤ ਦੀ ਜਾਂ ਐਸੇ ਨੂੰ ਸੰਤ ਕਿਹਾ ਜਾ ਸਕਦਾ। ਭਾਈ ਤਿਲਕੂ ਆਪਣੇ ਘਰ ਵਿੱਚ ਰਹਿੰਦਾ ਹੋਇਆ ਜੀ, ਨਾਮ ਜਪਣ ਵਾਲੀ ਮਹਾਨ ਗੁਰਸਿੱਖ ਰੂਹ ਸੀ। ਅੱਛਾ, ਉਸੇ ਨਗਰ ਦੇ ਵਿੱਚ ਗੜ੍ਹ ਸ਼ੰਕਰ ਵਿੱਚ ਇੱਕ ਯੋਗੀ ਰਹਿੰਦਾ ਸੀ ਜੀ। ਇਤਿਹਾਸ ਕਹਿੰਦਾ ਵੀ ਇਹਨੇ ਤਕਰੀਬਨ 1 ਸਾਲ ਅੰਦਰ ਬੈਠ ਕੇ ਬੰਦਗੀ ਕੀਤੀ। ਬੰਦਗੀ ਕਰਨ ਤੋਂ ਬਾਅਦ ਵਿੱਚ ਇਹਨੂੰ ਭਗਵਾਨ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਵਰ ਲੈ ਲਿਆ, ਜਿਹੜਾ ਮੇਰੇ ਦਰਸ਼ਨ ਕਰੇਗਾ ਇੱਕ ਵਾਰੀ ਉਹਨੂੰ 1 ਸਾਲ ਦਾ ਸਵਰਗ ਮਿਲੇਗਾ। ਮਰਨ ਤੋਂ ਬਾਅਦ ਵਿੱਚ ਉਹ ਸਵਰਗ ਜਾਏਗਾ 1 ਸਾਲ ਵਾਸਤੇ। ਇਹ ਬਚਨ ਲੈ ਲਿਆ, ਇਹ ਵਰ ਮਿਲ ਗਿਆ ਜੀ। ਅੱਛਾ, ਜਦੋਂ ਤਪ ਕਰਕੇ ਆਪਣੀ ਤਪੱਸਿਆ ਪੂਰੀ ਕਰਕੇ ਬਾਹਰ ਆਇਆ ਭੂਰੇ ਦੇ ਵਿੱਚੋਂ, ਆਪਣੇ ਚੇਲਿਆਂ ਨੂੰ ਦੱਸਿਆ। ਚੇਲਿਆਂ ਨੇ ਪਿੰਡ ਵਿੱਚ ਰੌਲਾ ਪਾ ਦਿੱਤਾ ਵੀ ਸਾਡੇ ਮਹਾਂਪੁਰਖ ਤਪ ਕਰਕੇ ਆਏ ਨੇ, ਜਿਹੜਾ ਇਹਨਾਂ ਦੇ ਦਰਸ਼ਨ ਕਰੇਗਾ, ਮੱਥਾ ਟੇਕੇਗਾ, ਭੇਟਾ ਚੜਾਏਗਾ, ਉਹਨੂੰ 1 ਸਾਲ ਦਾ ਸਵਰਗ ਮਿਲੇਗਾ। ਅੱਛਾ, ਲੋਕੀ ਵਹੀਰਾਂ ਘੱਤ ਕੇ ਤੁਰ ਪਏ ਜੀ। ਹੁਣ ਵੇਖੋ ਗੁਰੂ ਦਾ ਸਿੱਖ ਕਿਹੋ ਜਿਹਾ ਹੁੰਦਾ ਹੈ। ਕਦੇ ਵੀ ਆਪਣੇ ਗੁਰੂ ਦਾ ਦਰ ਨਹੀਂ ਛੱਡਦਾ ਸਿੱਖ, ਜੋ ਮਰਜ਼ੀ ਹੋ ਜਾਵੇ। ਜਿਹੜਾ ਆਪਣੇ ਗੁਰੂ ਦਾ ਦਰ ਨਹੀਂ ਛੱਡੇਗਾ, ਪੱਲਾ ਨਹੀਂ ਛੱਡੇਗਾ, ਗੁਰੂ ਉਹਦੀ ਫਿਰ ਬਾਂਹ ਨਹੀਂ ਕਦੇ ਛੱਡਦਾ, ਉਹਦੀ ਪਿੱਠ ਨਹੀਂ ਕਦੇ ਲੱਗਣ ਦਿੰਦਾ ਹੈ। ਸਾਰਾ ਨਗਰ ਗਿਆ ਦਰਸ਼ਨ ਕਰਨ ਵਾਸਤੇ। ਕੋਈ ਭੇਟਾ ਲੈ ਕੇ ਗਿਆ, ਕੋਈ ਕੁਛ ਲੈ ਕੇ ਗਿਆ, ਕੋਈ ਕੁਛ ਲੈ ਕੇ ਗਿਆ। ਸਾਰੇ ਜਾ ਕੇ ਮੇਲਾ ਲੱਗ ਗਿਆ, ਮੱਥਾ ਟੇਕ ਆਏ ਵੀ ਇਹ ਤਾਂ ਕੰਮ ਹੀ ਸੌਖਾ ਹੈ, ਦਰਸ਼ਨ ਕਰਾਂਗੇ ਤੇ 1 ਸਾਲ ਵਾਸਤੇ ਸਵਰਗ ਦੀ ਟਿਕਟ ਮਿਲ ਜਾਏਗੀ। 1 ਸਾਲ ਤਾਂ ਸਵਰਗ ਜਾਵਾਂਗੇ ਨਾ। ਅੱਛਾ ਜੀ, ਜਦੋਂ ਸਾਰਾ ਨਗਰ ਮੱਥਾ ਟੇਕ ਗਿਆ ਤੇ ਇਹ ਯੋਗੀ ਪੁੱਛਦਾ ਹੈ ਆਪਣੇ ਚੇਲਿਆਂ ਨੂੰ, ਕਹਿੰਦਾ ਕੋਈ ਰਹਿ ਤਾਂ ਨਹੀਂ ਗਿਆ ਨਗਰ ਦੇ ਵਿੱਚੋਂ ਜਿਹੜਾ ਦਰਸ਼ਨ ਕਰਨ ਨਾ ਆਇਆ ਹੋਵੇ? ਪਤਾ ਕੀਤਾ, ਕਹਿਣ ਲੱਗੇ ਜੀ ਬਾਕੀ ਤੇ ਸਾਰਾ ਪਿੰਡ ਮੱਥਾ ਟੇਕ ਗਿਆ, ਪਰ ਇੱਕ ਤਿਲਕੂ ਨਾਮ ਦਾ ਸਿੱਖ ਰਹਿੰਦਾ ਪਿੰਡ ਵਿੱਚ, ਉਹ ਨਹੀਂ ਆਇਆ। ਕਹਿੰਦੇ ਅੱਛਾ, ਜਾਓ ਉਹਨੂੰ ਵੀ ਬੁਲਾ ਕੇ ਲੈ ਕੇ ਆਓ, ਉਹ ਵੀ ਵਾਂਝਾ ਨਾ ਰਹਿ ਰਵੇ ਕਿਤੇ। ਚਲੇ ਗਏ ਚੇਲੇ, ਜਾ ਕੇ ਕਹਿੰਦੇ ਆ ਦਰਵਾਜ਼ਾ ਖੜਕਾਇਆ, ਭਾਈ ਤਿਲਕੂ ਜੀ ਬਾਹਰ ਆਏ। ਹਾਂ ਭਾਈ ਆਓ, ਕਿਵੇਂ ਆਏ ਹੋ? ਕਹਿੰਦੇ ਜੀ ਆ ਕੇ ਸਾਡੇ ਮਹਾਂਪੁਰਖਾਂ, ਸਾਡੇ ਯੋਗੀ ਦੇ ਦਰਸ਼ਨ ਕਰ ਲਓ, ਤੁਹਾਨੂੰ 1 ਸਾਲ ਦਾ ਸਵਰਗ ਮਿਲ ਜਾਏਗਾ। ਭਾਈ ਤਿਲਕੂ ਜੀ ਹੱਥ ਜੋੜੇ ਨਿਮਰਤਾ ਵਿੱਚ ਕਹਿਣ ਲੱਗੇ, ਮੈਨੂੰ ਤੁਹਾਡੇ ਬਾਬੇ ਦਾ ਬਖਸ਼ਿਆ ਸਵਰਗ ਨਹੀਂ ਚਾਹੀਦਾ, ਸਾਨੂੰ ਸਾਡੇ ਗੁਰਾਂ ਨੇ ਸਵਰਗ ਤੋਂ ਉੱਪਰ ਦੀ ਚੀਜ਼ ਦੇ ਦਿੱਤੀ ਹੈ।
ਅਸੀਂ ਜਿੱਥੇ ਸਾਡਾ ਵਾਸਾ ਰਹਿੰਦਾ ਹੈ, ਜਿੱਥੇ ਅਸੀਂ ਉਡਾਰੀਆਂ ਮਾਰਦੇ ਹਾਂ, ਉਹ ਸਵਰਗ ਸੁਰਗ ਤਾਂ ਥੱਲੇ ਰੁਲਦੇ ਫਿਰਦੇ ਨੇ ਉੱਥੇ ਬਹੁਤ। ਸਾਨੂੰ ਨਹੀਂ ਚਾਹੀਦਾ ਹੈ। ਮੁੜ ਕੇ ਵਾਪਸ ਜਾ ਕੇ ਕਹਿੰਦੇ ਆ ਜੀ ਉਹ ਨਹੀਂ ਆਉਂਦਾ। ਹੁਣ ਨਾਮ ਦੇ ਅਭਿਆਸ ਵਿੱਚ, ਨਾਮ ਦੇ ਰੰਗ ਵਿੱਚ ਰੰਗੀ ਹੋਈ ਰੂਹ ਸੀ। ਸਾਡੇ ਵਰਗਾ ਕੱਚਾ ਪਿੱਲਾ ਹੁੰਦਾ ਤੇ ਦੌੜ ਲੱਗ ਜਾਂਦੀ ਵੀ ਇਹਨੂੰ ਸਸਤਾ ਸੌਦਾ ਕੀ ਹੋ। ਸਵਰਗ ਅਸੀਂ ਕਿਹੜੀ ਗੱਲ ਨੂੰ ਕਹਿੰਦੇ ਆ ਜੀ, ਸਵਰਗ ਕੀ ਹੁੰਦਾ ਹੈ? ਅੱਛਾ ਯਾਦ ਰੱਖਿਓ, ਅੱਜ ਸਾਡੇ ਪ੍ਰਚਾਰਕ ਇਹਨਾਂ ਗੱਲਾਂ ਤੋਂ ਵੈਸੇ ਮੁਨਕਰ ਹੋ ਰਹੇ ਨੇ, ਅਸੀਂ ਹੋ ਰਹੇ ਹਾਂ ਜ਼ਿਆਦਾ ਵੀ ਕੋਈ ਨਰਕ ਨਹੀਂ ਹੁੰਦਾ, ਕੋਈ ਸਵਰਗ ਨਹੀਂ। ਭਾਈ ਗੁਰਬਾਣੀ ਮੰਨਦੀ ਸਭ ਕੁਝ ਹੁੰਦਾ ਹੈ, ਪਰ ਗੁਰਸਿੱਖਾਂ ਵਾਸਤੇ ਸਵਰਗ ਨਰਕ ਕੋਈ ਮਹਿਨਾ ਨਹੀਂ ਰਖਾਉਂਦਾ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਰੱਬ ਦੇ ਬੰਦੇ ਮਹਾਂਪੁਰਖ ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ, ਸਵਰਗਾਂ ਨਰਕਾਂ ਦੇ ਇਹਨਾਂ ਝਮੇਲਿਆਂ 'ਚ ਨਹੀਂ ਪੈਂਦੇ। ਉਹ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿਹੋੜਾ ਸਾਹਿਬ ਵਾਲੇ ਧਾਰਨਾ ਪੜ੍ਹਦੇ ਹੁੰਦੇ ਸੀ, ਲੋੜ ਸੁਰਗਪੁਰੀ ਦੀ ਨਾ ਰੱਖੀਏ, ਡਰੀਏ ਨਾ ਨਰਕਾਂ ਤੋਂ। ਨਾ ਤੇ ਮਨ ਵਿੱਚ ਇਹ ਆਸ ਰੱਖੋ ਜਦੋਂ ਗੁਰੂ ਦੇ ਲੜ ਲੱਗ ਗਏ ਕਿ ਸਾਨੂੰ ਹੁਣ ਭਾਈ ਸਵਰਗ ਚਾਹੀਦਾ ਹੈ, ਛੱਡ ਦਿਓ ਚੀਜ਼। ਜਬ ਲਗ ਮਨ ਬੈ ਕੁੰਠ ਕੀ ਆਸ, ਤਬ ਲਗ ਹੋਈ ਨਹੀਂ ਚਰਨ ਨਿਵਾਸ। ਤੇ ਨਾ ਕਹਿੰਦੇ ਨਰਕਾਂ ਦਾ ਡਰ ਰੱਖੋ। ਭਾਈ ਤਿਲਕੂ ਜੀ ਆਏ, ਉਹ ਆ ਕੇ ਦੱਸਦੇ ਆ, ਕਹਿੰਦੇ ਸਾਨੂੰ ਨਹੀਂ ਚਾਹੀਦਾ। ਮੁੜ ਗਏ ਵਾਪਸ ਜਾ ਕੇ ਕਹਿੰਦੇ ਐ ਵੀ ਉਹ ਨਹੀਂ ਮੰਨਦਾ ਦਰਸ਼ਨ ਕਰਨ ਵਾਸਤੇ। ਕਹਿੰਦੇ ਅੱਛਾ ਜਾਓ ਉਹਨੂੰ ਆਖੋ ਵੀ ਜੇ ਉਹ ਦਰਸ਼ਨ ਕਰ ਲਵੇ, ਇੱਕ ਵਾਰੀ ਆ ਕੇ ਮੇਰੇ ਮੱਥੇ ਲੱਗ ਜਾਵੇ, ਉਹਨੂੰ 2 ਸਾਲ ਦਾ ਸਵਰਗ ਦਿਆਂਗਾ। ਦੂਜਿਆਂ ਨੂੰ 1 ਸਾਲ ਦਾ, ਤੈਨੂੰ 2 ਸਾਲ ਦਾ ਮਿਲੇਗਾ। ਫਿਰ ਵਾਪਸ ਆ ਗਏ, ਆ ਕੇ ਕਹਿੰਦੇ ਆ ਜੀ ਸਾਡੇ ਮਹਾਂਪੁਰਖ ਕਹਿੰਦੇ ਨੇ ਵੀ ਤੈਨੂੰ 2 ਸਾਲ ਦਾ ਦੇ ਦਿਆਂਗੇ। ਨਹੀਂ ਮੰਨਿਆ ਭਾਈ ਤਿਲਕੂ। ਫਿਰ ਮੁੜ ਗਏ, ਕਹਿੰਦੇ ਜਾਓ ਕਹਿ ਦਿਓ 10 ਸਾਲ ਦਾ ਦਿੱਤਾ। ਹੁਣ ਵੇਖੋ ਲਾਲਚ ਕਿਵੇਂ ਦੇ ਰਹੇ। ਪਰ ਯਾਦ ਰੱਖਿਓ, ਅਭਿਆਸੀ ਰੂਹਾਂ, ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ, ਉਹ ਦੁਨੀਆ ਦੇ ਲਾਲਚਾਂ ਦੇ ਵਿੱਚ ਨਹੀਂ ਪੈਂਦੀਆਂ। ਹੁਣ ਥੋੜ੍ਹੇ ਲਾਲਚ ਦਿੱਤੇ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ। ਥੋੜ੍ਹਾ ਲੋਭ ਦਿੱਤਾ ਗਿਆ ਪੰਚਮ ਪਾਤਸ਼ਾਹ ਮਹਾਰਾਜ ਨੂੰ, ਤੁਹਾਡਾ ਤੁਸੀਂ ਆਪਣਾ ਧਰਮ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਡੇ ਮੁਹੰਮਦ ਦੀ ਸਿਫਤ ਲਿਖ ਦਿਓ, ਤੁਹਾਨੂੰ ਅਸੀਂ ਆਪਣੇ ਸਭ ਤੋਂ ਉੱਚੇ ਪੀਰ ਮੰਨ ਲਵਾਂਗੇ। ਸਾਹਿਬਜ਼ਾਦਿਆਂ ਨੂੰ ਥੋੜ੍ਹੇ ਲਾਲਚ ਦਿੱਤੇ ਗਏ ਸੀ। ਤੁਹਾਡੇ ਵਾਸਤੇ ਬੜੀਆਂ ਬੜੀਆਂ ਨਵਾਬੀਆਂ ਰੱਖੀਆਂ ਹੋਈਆਂ ਨੇ, ਤੁਹਾਡੇ ਵਾਸਤੇ ਹੋਰਾਂ ਦੇ ਡੋਲੇ ਰੱਖੇ ਹੋਏ ਨੇ, ਛੱਡ ਦਿਓ ਸਾਰਾ ਕੁਝ, ਸਿੱਖੀ ਛੱਡ ਦਿਓ। ਕਹਿੰਦੇ ਨਹੀਂ ਭਾਈ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਤੇ ਫਿਰ ਜਦੋਂ ਲਾਲਚ ਦਾ ਡਰ ਦਿੱਤਾ, ਮੌਤ ਦਾ ਡਰ ਦਿੱਤਾ ਨਾ ਜੀ ਮਾਰ ਦੇਵਾਂਗੇ, ਤੇ ਤਾਂ ਵੀ ਇੱਕੋ ਜਵਾਬ ਮਿਲਿਆ ਸੀ, ਕਹਿੰਦੇ ਤੁਸੀਂ ਸਾਨੂੰ ਕੀ ਮਾਰੋਗੇ, ਸਾਡੇ ਗੁਰੂ ਨੇ ਸਾਨੂੰ ਪਹਿਲਾਂ ਹੀ ਮਾਰਿਆ ਹੋਇਆ। ਕਹਿੰਦੇ ਉਹ ਕਿਵੇਂ? ਕਹਿੰਦੇ ਜਦੋਂ ਅਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਸੀ, ਗੁਰਸਿੱਖੀ ਧਾਰਨ ਕੀਤੀ ਸੀ, ਸਾਨੂੰ ਸ਼ਰਤ ਹੀ ਇਹ ਰੱਖੀ ਗਈ ਸੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਦਵਾਓ ਹਮਾਰੇ ਪਾਸ। ਸਾਡੇ ਗੁਰੂ ਨੇ ਤਾਂ ਪਹਿਲਾਂ ਸਾਨੂੰ ਇਹ ਸ਼ਰਤ ਰੱਖ ਕੇ ਲੈ ਕੇ ਆਂਦਾ ਸੀ, ਭਾਈ ਵੀ ਜੇ ਇਹ ਰਾਹ ਤੇ ਤੁਰਨਾ ਨਾ ਧਰਮ ਦੇ ਰਾਹ ਤੇ ਪਹਿਲਾਂ ਆਪਣਾ ਮਰਨਾ ਮੰਨ ਕੇ ਆਉਣਾ। ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹ ਬਚਨ ਕਰਦੇ ਹੁੰਦੇ ਸੀ ਨਾ, ਸਿੱਖੋ ਵੀ ਜਿੰਨਾ ਸਮਾਂ ਤੁਸੀਂ ਮਰਨਾ ਨਹੀਂ ਮੰਨਦੇ, ਉਹਨਾਂ ਸਮਾਂ ਗਲੋਂ ਗੁਲਾਮੀ ਦੀਆਂ ਜੰਜੀਰਾਂ ਨਹੀਂ ਲੈਣੀਆਂ। ਉਹ ਸਿਰ ਰੱਖ ਕੇ ਤੜੀ ਤੇ ਆ ਜਾ, ਸਿਰ ਰੱਖ ਕੇ ਤੜੀ ਤੇ ਆ ਜਾ, ਲੰਘਣਾ ਦੇ ਪ੍ਰੇਮ ਦੀ ਗਲੀ, ਪਿਆਰਿਆ ਪਿਆਰਿਆ ਲੰਘਣਾ ਦੇ ਪ੍ਰੇਮ ਦੀ ਗਲੀ, ਸਿਰ ਰੱਖ ਕੇ ਤੜੀ ਤੇ ਆ ਜਾ, ਸਿਰ ਰੱਖ ਕੇ ਤੜੀ ਤੇ ਆ ਜਾ, ਲੰਘਣਾ ਦੇ ਪ੍ਰੇਮ ਦੇ ਗਲੇ, ਪਿਆਰਿਆ ਪਿਆਰਿਆ ਲੰਘਣਾ ਦੇ ਪ੍ਰੇਮ ਦੇ ਗਲੇ, ਸਿਰ ਰੱਖ ਕੇ ਗਲੀ ਤੇ ਆ ਜਾ, ਸਿਰ ਰੱਖ ਕੇ ਗਲੀ ਤੇ ਆ ਜਾ, ਲੰਘਣਾ ਦੇ ਪ੍ਰੇਮ ਦੀ ਗਲੀ, ਪਿਆਰਿਆ ਪਿਆਰਿਆ ਲੰਘਣਾ ਦੇ ਪ੍ਰੇਮ ਦੀ ਗਲੀ, ਸਿਰ ਰੱਖ ਕੇ। ਸੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਭਾਈ ਤਿਲਕੂ ਨੂੰ ਬੜੇ ਲਾਲਚ ਵੀ ਦਿੱਤੇ, ਕਹਿਣ ਲੱਗੇ ਇੱਕ ਵਾਰੀ ਮੰਨ ਲਾ ਭਾਈ 10 ਸਾਲ ਦਾ ਸਵਰਗ ਮਿਲ ਜਾਏਗਾ। ਤੇ ਭਾਈ ਤਿਲਕੂ ਕਹਿਣ ਲੱਗਾ 10 ਸਾਲ ਛੱਡ ਦਿਓ, ਭਾਵੇਂ ਸਦਾ ਵਾਸਤੇ ਸਵਰਗ ਦੇ ਦਿਓ, ਤਾਂ ਵੀ ਆਪਣੇ ਗੁਰੂ ਦਾ ਦਰ ਛੱਡ ਕੇ ਮੈਂ ਤੁਹਾਡੇ ਜੋਗੀ ਦੇ ਦਰਸ਼ਨ ਕਰਨ ਨਹੀਂ ਆਉਣਾ।
ਕਹਿੰਦੇ ਹੱਦ ਹੋ ਗਈ, ਤੂੰ ਦਰਸ਼ਨ ਨਹੀਂ ਕਰਨੇ ਚਾਹੁੰਦਾ, ਸਾਰਾ ਨਗਰ ਆ ਕੇ ਮੱਥਾ ਟੇਕਿਆ, ਤੂੰ ਕਿਹਦੇ ਦਰਸ਼ਨ ਕਰਦਾ ਜਿੱਥੋਂ ਤੈਨੂੰ ਇੰਨਾ ਕੁਝ ਮਿਲਦਾ ਹੈ। ਲਓ ਪੜ੍ਹਿਓ ਧਾਰਨਾ, ਬੜੀ ਪਿਆਰ 'ਚ ਯਾਦ ਆਈ। ਭਾਈ ਤਿਲਕੂ ਨੇ ਜਵਾਬ ਦਿੱਤਾ ਜੀ ਬਹੁਤ ਸੋਹਣਾ। ਫਿਰ ਕਹਿੰਦੇ ਦਰਸ਼ਨ ਮੈਂ ਜ਼ਰੂਰ ਕਰਾਂਗਾ, ਪਰ ਤੁਹਾਡੇ ਨਹੀਂ। ਕਿਹਦੇ ਕਰਾਂਗਾ ਬਈ? ਤੁਸੀਂ ਵੀ ਆਹ ਗੱਲ ਆਖਿਆ ਕਰੋ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਆ ਜਾ ਫਲਾਣੇ ਥਾਂ ਲੈ ਚੱਲੀਏ, ਉੱਥੇ ਬੜਾ ਸੁੱਖ ਮਿਲਦਾ ਹੈ, ਉੱਥੇ ਰੱਬ ਦਿਖਾਇਆ ਜਾਂਦਾ, ਉੱਥੇ ਆਹ ਕੁਛ ਹੁੰਦਾ ਹੈ, ਉਹਨੂੰ ਇੱਕੋ ਗੱਲ ਆਖਿਆ ਕਰੋ ਬਈ ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਤੇ ਝੂਠਿਆਂ ਦੀ ਲੋੜ ਕੋਈ ਨਾ। ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਬਾਬਾ ਬਾਬਾ ਜੀ ਝੂਠਿਆਂ ਦੀ ਲੋੜ ਕੋਈ ਨਾ, ਮੇਰੇ ਪਿਆਰੇ ਝੂਠਿਆਂ ਦੀ ਲੋੜ ਕੋਈ ਨਾ। ਝੂਠਿਆਂ ਦੀ ਲੋੜ ਕੋਈ ਨਾ, ਮੇਰੇ ਪਿਆਰੇ ਝੂਠਿਆਂ ਦੀ ਲੋੜ ਕੋਈ ਨਾ। ਬਾਬਾ ਬਾਬਾ ਝੂਠਿਆਂ ਦੀ ਲੋੜ ਕੋਈ ਨਾ, ਮੇਰੇ ਪਿਆਰੇ ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰੇ। ਝੂਠਿਆਂ ਦੀ ਲੋੜ ਕੋਈ ਨਾ। ਮੈਨੂੰ ਨਹੀਂ ਲੋੜ ਹੈ ਕਿਸੇ ਦੁਨਿਆਵੀ ਮਨੁੱਖ ਦੇ ਦਰਸ਼ਨ ਕਰਨ ਦੀ, ਮੈਂ ਨਹੀਂ ਦਰਸ਼ਨ ਕਰਨੇ। ਜਾਓ ਮੁੜ ਜਾਓ, ਵਾਪਸ ਮੁੜ ਗਏ। ਜਾ ਕੇ ਕਹਿੰਦੇ ਐ ਜੀ ਵੀ ਉਹ ਨਹੀਂ ਕਿਸੇ ਢੰਗ ਵੀ ਮੰਨਦਾ। ਅੱਛਾ ਇੰਨਾ ਹੱਠ ਕੀਤਾ ਜੋਗੀ ਨੇ, ਇਸਨੇ ਕਹਿੰਦੇ ਇਹਦੇ ਵਿੱਚ ਤਾਂ ਮੇਰੀ ਬਹੁਤ ਫਿਰ ਬੇਇੱਜ਼ਤੀ ਹੈ, ਹੱਥ ਹੈ ਗੱਲ ਦੇ ਵਿੱਚ, ਲੋਕੀ ਕੀ ਕਹਿਣਗੇ। ਅਸੀਂ ਚੱਲ ਕੇ ਦਰਸ਼ਨ ਕਰਨ ਵਾਸਤੇ ਗਏ, ਇਕੱਲਾ ਹੀ ਬੰਦਾ ਅੜ ਗਿਆ। ਇੰਨੀ ਕੀ ਪਾਵਰ ਹੈ ਜੋਗੀ ਦੇ ਵਿੱਚ। ਚਲੋ ਕਹਿੰਦਾ ਮੈਂ ਆਪ ਜਾ ਕੇ ਦਰਸ਼ਨ ਦੇਵਾਂਗਾ। ਸਾਧ ਸੰਗਤ ਜੀ ਤੁਰ ਪਿਆ ਬੜੇ ਹੰਕਾਰ ਦੇ ਵਿੱਚ, ਤੇ ਭਾਈ ਤਿਲਕੂ ਨੂੰ ਪਤਾ ਲੱਗ ਗਿਆ ਵੀ ਜੋਗੀ ਹੁਣ ਆਪ ਤੁਰਿਆ ਆਉਂਦਾ ਹੈ। ਦਰਵਾਜ਼ਾ ਲਾ ਲਿਆ, ਅੰਦਰ ਬੈਠ ਗਏ। ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ, ਤਿਲਕੂ ਦਰਵਾਜ਼ਾ ਖੋਲ, ਮੈਂ ਤੈਨੂੰ ਆਪ ਚੱਲ ਕੇ ਦਰਸ਼ਨ ਦੇਣ ਵਾਸਤੇ ਆਇਆ। ਤੇ ਭਾਈ ਤਿਲਕੂ ਦਰਵਾਜ਼ਾ ਨਹੀਂ ਖੋਲਦਾ ਹੈ। ਇਹਨੇ ਬੜਾ ਜ਼ੋਰ ਲਾਇਆ ਜੀ ਬਾਹਰ ਬੈਠ ਕੇ, ਕਹਿਣ ਲੱਗਾ ਜੇ ਗੱਲ ਨਾ ਮੰਨੀ ਤਾਂ ਮੈਂ ਤਬਾਹ ਕਰਕੇ ਰੱਖ ਦਿਆਂਗਾ। ਬੜੀਆਂ ਰਿਧੀਆਂ ਸਿੱਧੀਆਂ ਵਰਤੀਆਂ, ਬੜੇ ਮੰਤਰ ਚਲਾਏ, ਬੜੇ ਇਲਮ ਚਲਾਏ। ਇਹ ਬਾਹਰ ਬੈਠਾ ਰਿਧੀਆਂ ਸਿੱਧੀਆਂ ਦੀ ਵਰਤੋਂ ਕਰਕੇ ਡਰਾਉਣਾ ਚਾਹੁੰਦਾ, ਤੇ ਅੰਦਰ ਬੈਠਾ ਭਾਈ ਤਿਲਕੂ ਮੂਲ ਮੰਤਰ ਦਾ ਪਾਠ ਕਰੀ ਜਾਂਦਾ ਹੈ। ਇਹ ਗੱਲ ਯਾਦ ਰੱਖਿਓ, ਜੇ ਤੁਹਾਡੇ ਪੱਲੇ ਗੁਰੂ ਨਾਨਕ ਦੀ ਬਾਣੀ ਹੈ, ਜਪਜੀ ਸਾਹਿਬ ਦੀ ਬਾਣੀ ਹੈ, ਮੂਲ ਮੰਤਰ ਦਾ ਪਾਠ ਤੁਹਾਡੇ ਕੋਲ ਹੈਗਾ ਨਾ ਜੀ, ਤੇ ਸੰਸਾਰ ਦਾ ਕੋਈ ਇਲਮ, ਕੋਈ ਜੰਤਰ ਮੰਤਰ, ਕੋਈ ਕਾਲਾ ਟੋਣਾ ਤੁਹਾਡੇ ਤੇ ਅਸਰ ਨਹੀਂ ਕਰ ਸਕਦਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਇੱਕ ਬੜਾ ਸੋਹਣਾ ਬਚਨ ਉਹਨਾਂ ਦਾ ਹੈ। ਉਹ ਕਹਿੰਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਜਿਹੜੇ ਘਰ ਦੇ ਵਿੱਚ, ਸੁਣਿਓ ਗੌਰ ਨਾਲ ਸਾਰੇ ਜਾਣੇ, ਪੱਲੇ ਬੰਨ੍ਹ ਕੇ ਜਾਇਓ ਗੱਲ ਇਹ, ਮਹਾਂਪੁਰਖਾਂ ਨੇ ਕਹਿਣਾ ਜਿਹੜੇ ਘਰ ਦੇ ਵਿੱਚ ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਨਾ ਜੀ, ਸਵੇਰੇ ਉੱਠ ਕੇ ਜਿਹੜੇ ਘਰ ਦੇ ਵਿੱਚ ਕੋਈ ਜੀ ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਨਾ ਹਰ ਰੋਜ਼ ਬਿਨਾਂ ਨਾਗਾ, ਕਹਿੰਦੇ ਉਹ ਘਰ ਦੇ ਵਿੱਚ ਤਾਂ ਜਾਦੂ ਟੂਣਿਆਂ ਨੂੰ ਸਵਾਹ ਦੇ ਡੱਬੇ ਵਿੱਚ ਵੀ ਥਾਂ ਨਹੀਂ ਮਿਲਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਥੇ ਵੀ ਥਾਂ ਨਹੀਂ ਮਿਲਦੀ। ਯਾਦ ਰੱਖਿਓ ਭਾਈ, ਪੱਲੇ ਬੰਨਿਓ, ਥਾਂ ਥਾਂ ਨਾ ਤੁਰੇ ਫਿਰਿਆ ਕਰੋ ਐਵੇਂ ਸਿਆਣਿਆਂ ਕੋ ਪੁੱਛਾਂ ਪਾਉਂਦੇ। ਪੁੱਛ ਲਿਆ ਕਰੋ, ਪੁੱਛਣਾ ਚਾਹੀਦਾ ਜ਼ਰੂਰ ਹੈ, ਪਰ ਪੁੱਛਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
ਆਮਨਾ ਥਾਂ ਥਾਂ ਧੱਕੇ ਖਾਂਦੇ ਫਿਰੋ, ਕੋਈ ਨਹੀਂ ਕੁਛ ਕਿਸੇ ਨੂੰ ਦੇ ਸਕਦਾ ਹੈ। ਪੁੱਛਿਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਦੱਸੋ ਸੱਚੇ ਪਾਤਸ਼ਾਹ ਕੀ ਕਰੀਏ? ਲੜਕੇ ਦੀ ਸ਼ਾਦੀ ਕਰਨੀ ਹੈ, ਲੜਕੀ ਦੀ ਸ਼ਾਦੀ ਕਰਨੀ ਹੈ, ਨਵਾਂ ਘਰ ਬਣਾਉਣਾ ਹੈ, ਖੁਸ਼ੀ ਦਾ ਕੰਮ ਕਰਨਾ, ਮਹਾਰਾਜ ਕਿਵੇਂ ਕਰੀਏ? ਕੋਈ ਹੈ ਤੁਹਾਡੇ ਤੋਂ ਜਿਹੜਾ ਆਖੇ ਕਿ ਜਦੋਂ ਮੈਂ ਆਪਣੇ ਘਰੇ ਨਵਾਂ ਕੰਮ ਕਰਨਾ ਹੁੰਦਾ ਤਾਂ ਮੈਂ ਦੇਗ ਬਣਾ ਕੇ ਲਿਆ ਕੇ ਅਰਦਾਸ ਕਰਾਈ ਹੈ? ਕੋਈ ਹੈ ਜਿਹੜਾ ਆਖੇ ਕਿ ਮੈਂ ਆ ਕੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਹੁਕਮਨਾਮਾ ਬਖਸ਼ੋ, ਮੈਂ ਆਹ ਕੰਮ ਕਰਨ ਲੱਗਾ? ਆਪਾਂ ਵਿਚਾਰ ਇੱਥੋਂ ਕੀਤੀ ਸੀ, ਜਿਹੜਾ ਸਿੱਖ ਗੁਰੂ ਨੂੰ ਹਰ ਕੰਮ ਵਿੱਚ ਅੱਗੇ ਰੱਖੇਗਾ, ਗੁਰੂ ਫਿਰ ਉਹਦੀ ਬਾਹ ਨਹੀਂ ਛੱਡਦਾ ਹੈ। ਤੇ ਆਪਾਂ ਧੱਕੇ ਕਿਉਂ ਖਾਂਦੇ ਫਿਰਦੇ? ਕਿਉਂਕਿ ਅਸੀਂ ਗੁਰੂ ਨੂੰ ਅੱਗੇ ਕੀਤਾ ਨਹੀਂ, ਅਸੀਂ ਆਪ ਹੀ ਅੱਗੇ ਹੋਏ ਫਿਰਦੇ ਹਾਂ। ਜਦੋਂ ਗੁਰੂ ਨੂੰ ਅੱਗੇ ਕਰ ਦਿਓਗੇ ਨਾ ਜੀ, ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ, ਕਦੇ ਘਾਟਾ ਨਹੀਂ ਖਾਓਗੇ। ਪਰ ਸ਼ਰਤ ਇਹ ਹੈ, ਸਭ ਤੋਂ ਪਹਿਲਾਂ ਗੁਰੂ ਮੋਹਰੇ ਹੋਵੇ, ਗੁਰੂ ਦਾ ਆਸਰਾ ਮੋਹਰੇ ਹੋਵੇ। ਇਹਨੇ ਬੜੇ ਜੰਤਰ ਮੰਤਰ ਤੰਤਰ ਚਲਾਏ ਬਾਹਰ ਬੈਠ ਕੇ, ਤੇ ਭਾਈ ਤਿਲਕੂ ਜੀ ਅੰਦਰ ਬੈਠੇ ਮੂਲ ਮੰਤਰ ਦਾ ਪਾਠ ਕਰੀ ਜਾਂਦੇ ਆ। ਵਾਹ ਜਹਾਨ ਦੀ ਲਾ ਲਈ, ਇਹਦਾ ਅਸਰ ਨਾ ਚੱਲਿਆ। ਜਦੋਂ ਅਸਰ ਨਾ ਚੱਲਿਆ ਤੇ ਡਿੱਗ ਪਿਆ ਦਰਵਾਜ਼ੇ 'ਚ। ਡਿੱਗਿਆ ਹੋਇਆ ਜੋਗੀ ਕਹਿੰਦਾ ਹੈ, ਉਹ ਤਿਲਕੂ ਦਰਵਾਜ਼ਾ ਖੋਲ ਇੱਕ ਵਾਰੀ, ਖੋਲ ਤਾਂ ਦੇ। ਕਹਿੰਦੇ ਮੈਂ ਨਹੀਂ ਖੋਲਣਾ। ਕਹਿੰਦੇ ਕਿਉਂ ਨਹੀਂ ਖੋਲਣਾ? ਕਹਿੰਦੇ ਖੋਲਣਾ ਤਾਂ ਨਹੀਂ, ਤੈਨੂੰ ਵਰ ਮਿਲਿਆ ਹੋਇਆ ਵੀ ਜਿਹੜਾ ਤੇਰੇ ਮੱਥੇ ਲੱਗੇਗਾ ਉਹਨੂੰ ਸਵਰਗ ਜਾਣਾ ਪਏਗਾ। ਜੇ ਮੈਂ ਦਰਵਾਜ਼ਾ ਖੋਲ੍ਹਿਆ ਤੇਰੇ ਮੱਥੇ ਲੱਗ ਗਿਆ ਤੇ ਮੈਨੂੰ ਸਵਰਗ ਜਾਣਾ ਪਏਗਾ, ਮੈਨੂੰ ਸਵਰਗਾਂ ਦੀ ਲੋੜ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਵਨ ਨਰਕ ਗਿਆ ਸੁਰਗ ਵਿਚਾਰਾ, ਸੰਤਨ ਦੋ ਇਰਾਦੇ। ਸਾਧੂਆਂ ਮਹਾਂਪੁਰਖਾਂ ਨੂੰ ਕੋਈ ਫਰਕ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ। ਕਹਿੰਦੇ ਮੈਨੂੰ ਨਹੀਂ ਚਾਹੀਦਾ ਤੇਰਾ ਸਵਰਗ। ਹੁਣ ਵੇਖੋ ਕਿੱਡੀ ਤਕੜੀ ਇਹ ਕਲਾ ਹੈ ਗੁਰੂ ਸਾਹਿਬ ਜੀ ਦੀ। ਜਿਹੜਾ ਚੱਲ ਕੇ ਦਰਸ਼ਨ ਦੇਣ ਆਇਆ ਸੀ, ਧੱਕੇ ਨਾਲ ਸਵਰਗ ਦੇਣ ਆਇਆ ਸੀ ਨਾ, ਸਵਰਗ ਮਿਲੇਗਾ ਤੈਨੂੰ, ਦਰਸ਼ਨ ਕਰ ਲੈ, ਮੇਰੇ ਦਰਸ਼ਨ ਕਰ ਲੈ। ਹੁਣ ਉਹ ਕਹਿੰਦਾ ਮੈਂ ਆਪਣਾ ਵਚਨ ਵਾਪਸ ਲੈਣਾ, ਤੂੰ ਮੇਰੇ ਮੱਥੇ ਲੱਗੇਗਾ ਤੈਨੂੰ ਸਵਰਗ ਨਹੀਂ ਮਿਲੇਗਾ, ਪਰ ਹੁਣ ਤੂੰ ਮੈਨੂੰ ਦਰਸ਼ਨ ਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਪਹਿਲਾਂ ਮੈਂ ਦਰਸ਼ਨ ਦੇਣ ਆਇਆ ਸੀ, ਹੁਣ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਸੰਗਤ ਜੀ, ਧਰਮ ਦਾ ਕਦੇ ਪੱਲਾ ਨਾ ਛੱਡੋ। ਆਪਣੇ ਧਰਮ ਤੇ ਆਪਣੇ ਅਸੂਲਾਂ ਤੇ, ਜਿਹੜੇ ਚੰਗੇ ਅਸੂਲ ਹਨ ਉਹਨਾਂ ਤੇ ਅੜੇ ਰਹੋ। ਜ਼ਿੰਦਗੀ 'ਚ ਭਾਵੇਂ ਲੱਖ ਤੂਫਾਨ ਆ ਜਾਣ, ਸਦਾ ਨਹੀਂ ਰਹਿੰਦੇ ਹੁੰਦੇ, ਹਮੇਸ਼ਾ ਅਖੀਰ ਤੇ ਜੈ ਜੈਕਾਰ ਧਰਮੀਆਂ ਦੀ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਅਖੀਰ ਦੀ ਜਿਹੜੀ ਜਿੱਤ ਹੈ ਹਮੇਸ਼ਾ ਸੱਚ ਦੀ ਹੋਏਗੀ। ਅਖੀਰ ਤੇ ਸੱਚ ਹੀ ਜਿੱਤੇਗਾ, ਕਦੇ ਵੀ ਆਪਣੇ ਅਸੂਲ ਨਹੀਂ ਛੱਡੀਦੇ ਹਨ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਰਾੜੇ ਸਾਹਿਬ ਵਾਲੇ ਆਹ ਧਾਰਨਾ ਬੜੇ ਪਿਆਰ ਦੇ ਵਿੱਚ ਪੜ੍ਹਦੇ ਹੁੰਦੇ ਸੀ, ਪੜ੍ਹਿਓ ਸਾਰੇ। ਵਈ ਬਾਂ ਧਰਮ ਦੀ ਕਦੇ ਨਾ ਛੱਡੀਏ, ਤੇ ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਭੈਣਾ ਬੋਲੋ ਗੱਜ ਕੇ, ਦੁਖੜੇ ਹਜ਼ਾਰ ਬੋਲੋ ਭਾਈ। ਵਾਹ ਧਰਮ ਦੀ, ਵਾਹ ਵਾਹ ਵਾਹ। ਦੁਖੜੇ ਹਜ਼ਾਰ ਚੱਲੀਏ। ਬਾਣੀ ਕਹਿੰਦੀ ਬਈ ਦੁਖੜੇ ਹਜ਼ਾਰ ਚੱਲੀਏ। ਸਤਿਗੁਰ ਕਹਿੰਦੇ ਦੁਖੜੇ ਹਜ਼ਾਰ ਚੱਲੀਏ। ਬਾਣੀ ਕਹਿੰਦੀ ਦੁਖੜੇ ਹਜ਼ਾਰ ਚੱਲੀਏ। ਮੇਰੇ ਪਿਆਰੇ ਦੁਖੜੇ ਹਜ਼ਾਰ ਚੱਲੀਏ। ਦੁਖੜੇ ਹਜ਼ਾਰ ਬਾਣੀ ਕਹਿੰਦੀ ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਬਈ ਕਦੇ ਨਾ ਛੱਡੀਏ। ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਦੁਖੜੇ
ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਧਰਮ ਨਾ ਛੋੜੀਐ। ਜਿੱਥੇ ਗੁਰੂ ਨੇ ਖੜਾ ਦਿੱਤਾ ਉੱਥੇ ਖੜੇ ਰਹਿਣਾ, ਜੋ ਮਰਜ਼ੀ ਹੋ ਜਾਵੇ। ਤੇ ਇਹ ਇੱਕ ਗੱਲ ਹੋਰ ਪੱਲੇ ਬੰਨਿਓ, ਸਿੱਖ ਦੀ ਜ਼ਰੂਰਤ ਨਹੀਂ ਹੈ, ਆਪਣੀ ਜ਼ਰੂਰਤ ਨਹੀਂ ਅਸੀਂ ਸਾਨੂੰ ਜਿੱਥੇ ਗੁਰੂ ਨੇ ਖੜੇ ਕੀਤਾ ਅਸੀਂ ਖੜੇ ਰਹਿ ਸਕੀਏ। ਸਾਡੇ 'ਚ ਬਲ ਨਹੀਂ ਹੈ, ਸਿੱਖ ਨੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਜੋ ਤੁਸੀਂ ਵਚਨ ਕਮਾਉਣ ਵਾਸਤੇ ਕਹੇ ਨੇ ਮੈਂ ਨਹੀਂ ਕਮਾ ਸਕਦਾ, ਮੇਰੇ 'ਚ ਬਲ ਨਹੀਂ ਹੈ, ਤੁਸੀਂ ਕਿਰਪਾ ਕਰਿਓ, ਸਿਰ ਤੇ ਹੱਥ ਰੱਖਿਓ, ਆਪਣੇ ਵਚਨ ਆਪ ਹੀ ਕਮਵਾ ਲਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਿਤਨੇਮ ਦੀ ਅਰਦਾਸ ਸਦਾ ਇਹ ਕਰਿਆ ਕਰੋ, ਮਹਾਰਾਜ ਨਿਤਨੇਮ ਹੋਇਆ ਤੇ ਮੈਂ ਨਹੀਂ ਕੀਤਾ, ਪੰਜ ਬਾਣੀਆਂ ਪੜ੍ਹੀਆਂ ਨੇ ਤੇ ਮੈਂ ਨਹੀਂ ਪੜ੍ਹੀਆਂ, ਮੈਂ ਸੰਗਤ ਵਿੱਚ ਆਇਆ ਤੇ ਮੈਂ ਨਹੀਂ ਆਇਆ, ਇਹ ਤੁਸੀਂ ਕਿਰਪਾ ਕਰਕੇ ਨਿਤਨੇਮ ਕਰਵਾਇਆ, ਤੁਸੀਂ ਸੰਗਤ ਵਿੱਚ ਲੈ ਕੇ ਆਏ। ਤੇ ਜਦੋਂ ਇਹ ਭਾਵਨਾ ਬਣਾ ਕੇ ਰੱਖੋਗੇ ਨਾ ਜੀ, ਇਹ ਗੁਰੂ ਸਾਹਿਬ ਤੇ ਮਾਣ ਕਰਕੇ ਕਹਿ ਰਿਹਾ ਮੇਰੇ ਬੋਲੇ ਕੁਛ ਨਹੀਂ, ਗੁਰੂ ਸਾਹਿਬ ਤੇ ਮਾਣ ਕਰਕੇ ਮੈਂ ਕਹਿ ਰਿਹਾ ਗੱਲ ਇਹ, ਜਦੋਂ ਇਹ ਭਾਵਨਾ ਬਣਾਓਗੇ ਆਖਰੀ ਸਾਹ ਤੱਕ ਤੁਹਾਡਾ ਨਿਤਨੇਮ ਨਹੀਂ ਟੁੱਟੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਵੇਲਾ ਨਹੀਂ ਖੁੱਲ੍ਹੇਗਾ। ਹਾਂ ਰਹਿਣਾ ਲੁਕ ਕੇ ਹੈ, ਇਹ ਪੱਲੇ ਬੰਨਿਓ, ਜ਼ਾਰ ਨਹੀਂ ਹੋਣਾ, ਰਹਿਣਾ ਲੁਕ ਕੇ ਹੈ। ਜਿਨ ਹਰ ਪਾਇਓ ਤਿਨ ਹੀ ਛੁਪਾਏ। ਜਦੋਂ ਜ਼ਾਰ ਹੋਵੋਗੇ, ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਗੁੜ ਨੰਗਾ ਪਿਆ ਹੋਵੇ ਤੇ ਮੱਖੀਆਂ ਹੀ ਖਰਾਬ ਕਰਦੀਆਂ ਹੁੰਦੀਆਂ ਨੇ, ਢਕਿਆ ਹੀ ਚੰਗਾ ਹੈ। ਲੋਕੇ ਰਹਿਣਾ ਹੈ ਸਦਾ, ਸਬਰ ਅੰਦਰ ਸਾਬਰੀ, ਤਾਨੇ ਵੈ ਜਾਲੇਨ ਹੋਣ ਨਜ਼ਦੀਕ ਖੁਦਾਏ ਦਾ, ਭੇਦ ਨਾ ਕਿਸੇ ਦੇਣ। ਲੋਕੇ ਰਹਿਣਾ। ਲਓ ਸਮਾਂ ਆਪਣਾ ਬਹੁਤ ਲਾਗੇ ਆ ਗਿਆ, ਆਨੰਦ ਬਹੁਤ ਵੈਸੇ ਬਣ ਗਿਆ। ਭਾਈ ਤਿਲਕੂ ਨੇ ਫਿਰ ਦਰਵਾਜ਼ਾ ਖੋਲ੍ਹਿਆ, ਇਹ ਭੱਜ ਕੇ ਜਾ ਕੇ ਪੈਰੀਂ ਪੈ ਗਿਆ ਭਾਈ ਤਿਲਕੂ ਦੇ ਜੋਗੀ, ਤੇ ਕਹਿੰਦਾ ਉਹ ਧੰਨ ਹੈ ਤੂੰ ਭਾਈ ਜਿਹੜਾ ਆਪਣੇ ਹੱਥ ਤੇ ਆਪਣੇ ਧਰਮ ਤੇ ਅੜਿਆ ਰਿਹਾ। ਤੇ ਭਾਈ ਤਿਲਕੂ ਕਹਿਣ ਲੱਗਾ ਮੇਰੇ ਪੈਰੀਂ ਨਾ ਪੈ, ਮੇਰੇ ਪੈਰੀਂ ਪੈਂਗਾ ਕੁਛ ਨਹੀਂ ਮਿਲੇਗਾ। ਕਹਿੰਦੇ ਪੈਰੀਂ ਉਹਦੇ ਪੈ ਜਿਹਨੇ ਮੈਨੂੰ ਇੰਨੇ ਜੋਗਾ ਬਣਾਇਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਅੱਛਾ ਕਹਿੰਦੇ ਤੇਰੇ ਤੋਂ ਉੱਪਰ ਵੀ ਕੋਈ ਹੈ? ਕਹਿੰਦੇ ਹਾਂ। ਕੌਣ? ਲੋ ਪਿਆਰ ਨਾਲ ਤੁਸੀਂ ਵੀ ਜ਼ਬਾਨ ਸਫਲੀ ਕਰਿਓ, ਬੋਲੋ। ਕਹਿੰਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਖੋ ਭਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਆ ਰਿਹਾ ਅੱਗੇ। ਮਾਰੇ ਸੱਚੇ ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਨੀ ਬਰਕਤ ਹੈ ਮਹਾਰਾਜ ਦੇ ਨਾਮ ਦੇ ਵਿੱਚ। ਕਹਿੰਦੇ ਅੱਛਾ ਫਿਰ ਮੈਨੂੰ ਵੀ ਦਰਸ਼ਨ ਕਰਵਾ, ਉਸ ਗੁਰੂ ਦੇ ਦਰਸ਼ਨ ਕਰਵਾ। ਤੁਰ ਪਏ। ਸੰਖੇਪ ਬੇਨਤੀ ਕਰਾਂ, ਤੁਰਿਆ ਜਾਂਦਾ ਜਾਂਦਾ ਪੁੱਛਦਾ ਹੈ ਜੋਗੀ, ਕਹਿੰਦਾ ਜਿਹੜੇ ਗੁਰੂ ਕੋ ਲੈ ਕੇ ਚੱਲਿਆ ਗੁਰੂ ਦੀ ਉਮਰ ਕਿੰਨੀ ਹੈ? ਭਾਈ ਤਿਲਕੂ ਜੀ ਕਹਿਣ ਲੱਗੇ ਜੀ ਸਾਡੇ ਸਤਿਗੁਰਾਂ ਦੀ ਦੁਨਿਆਵੀ ਉਮਰ ਹੈ 35-36 ਸਾਲ, ਇੰਨੀ ਕੁ ਉਮਰ ਸੀ ਮਹਾਰਾਜ ਦੀ ਉਦੋਂ। ਅੱਛਾ ਜਦੋਂ ਸੁਣਿਆ 35-36 ਸਾਲ, ਇਹ ਕਹਿੰਦਾ ਉਹ ਗੱਲ ਸੁਣ, ਮੇਰੀ ਉਮਰ 110 ਸਾਲ ਦੀ, ਜੋਗੀ 110 ਸਾਲ ਦਾ ਸੀ, ਉਹ 35-36 ਸਾਲ ਦਾ ਜਵਾਕ, ਉਹ ਮੈਂ ਉਹਨੂੰ ਜਾ ਕੇ ਮੱਥਾ ਟੇਕੂ? ਹੁਣ 110 ਸਾਲਾਂ ਵਾਲਾ 35-36 ਵਾਲੇ ਨੂੰ ਜਵਾਕ ਹੀ ਗਣੂਗਾ? ਉਹ ਤਾਂ ਇਹੀ ਕਹੇਗਾ ਬੱਚਾ ਹੀ ਹੈ। ਮੈਂ ਨਹੀਂ ਜਾਣਾ ਦਰਸ਼ਨ ਕਰਨ ਵਾਸਤੇ ਤੇਰੇ ਗੁਰੂ ਦੇ, ਮੈਨੂੰ ਜਾ ਕੇ ਮੱਥਾ ਟੇਕਣਾ ਪਏਗਾ। ਹੰਕਾਰ ਆ ਗਿਆ। ਲਓ ਪੜ੍ਹਿਓ ਪਿਆਰ ਨਾਲ, ਧਾਰਨਾ ਪੈਣੋ, ਸਾਰੇ ਬੋਲਿਓ। ਭਾਈ ਤਿਲਕੂ ਕਹਿੰਦਾ ਗੱਲ ਸੁਣ, ਚੱਲ ਤਾਂ ਸਹੀ ਇੱਕ ਵਾਰੀ, ਤੂੰ ਕਹਿੰਦਾ ਮੱਥਾ ਨਹੀਂ ਟੇਕਣਾ, ਤੂੰ ਕਹਿੰਦਾ ਮੈਂ ਗੁਰੂ ਦੇ ਨਾਲ ਪਿਆਰ ਨਹੀਂ ਪਾਉਣਾ, ਜਦੋਂ ਦਰਸ਼ਨ ਕਰੇਗਾ ਤੇ ਆ ਹਾਲ ਹੋਏਗਾ ਤੇਰਾ। ਉਹ ਤੂੰ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ। ਮੈਂ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਤੂੰ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ। ਸੋਚ ਲੈ ਪ੍ਰੇਮ। ਹਾਂ
ਹੱਸਣਾ ਤਾਂ ਕੀ ਪਿੱਛੇ ਹੋਇਆ ਵੀ ਨਹੀਂ ਜਾਣਾ ਤੂੰ ਹੱਸਣਾ ਤਾਂ ਕੀ ਤੇਥੋਂ ਰੋਇਆ ਵੀ ਨਹੀਂ ਜਾਣਾ ਹੱਸਣਾ ਤਾਂ ਕੀ ਤੇਥੋਂ ਰੋਇਆ ਵੀ ਨਹੀਂ ਜਾਣਾ ਤੇ ਹੱਸਣਾ ਤਾਂ ਤੇ ਤੋੜਿਆ ਵੀ ਨਹੀਂ ਜਾਣਾ ਤੂੰ ਤੇ ਹੱਸਣਾ ਤਾਂ ਤੇ ਤੋੜਿਆ ਵੀ ਨਹੀਂ ਜਾਣਾ ਤੂੰ ਹੱਸਣਾ ਤਾਂ ਕੀ ਤੇਥੋਂ ਰੋਇਆ ਵੀ ਨਹੀਂ ਤੂੰ ਤੇ ਹੱਸਣਾ ਤਾਂ ਕੀ ਤੇ ਤੋੜਿਆ ਵੀ ਨਹੀਂ ਜਾਣਾ ਤੈਂ ਜਾਗਣਾ ਤਾਂ ਕੀ ਤੂੰ ਕਹਿੰਦਾ ਮੱਥਾ ਨਹੀਂ ਟੇਕਣਾ ਤੂੰ ਕਹਿੰਦਾ ਮੈਂ ਜਾਣਾ ਨਹੀਂ ਇੱਕ ਵਾਰੀ ਜਾ ਤਾਂ ਸਹੀ ਤੈਂ ਜਾਗਣਾ ਤਾਂ ਕੀ ਤੇਥੋਂ ਸੋਇਆ ਵੀ ਨਹੀਂ ਜਾਣਾ ਜਾਗਣਾ ਤਾਂ ਕੀ ਤੇਥੋਂ ਸੋਇਆ ਵੀ ਨਹੀਂ ਜਾਣਾ ਤੇ ਜਾਗਣਾ ਤੇ ਤੋੜਿਆ ਵੀ ਨਹੀਂ ਜਾਣਾ ਤੂੰ ਤੇ ਜਾਗਣਾ ਕੀ ਤੇ ਤੋੜਿਆ ਵੀ ਨਹੀਂ ਜਾਣਾ ਤੂੰ ਜਾਗਣਾ ਤਾਂ ਕੀ ਤੂੰ ਤੇ ਜਾਗਣਾ ਤਾਂ ਕੀ ਤੇਥੋਂ ਸੋਇਆ ਵੀ ਨਹੀਂ ਜਾਣਾ ਓਏ ਪਹਿਲਾਂ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਤੂੰ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਭਾਈ ਸੋਚ ਲੈ ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਅੱਗੇ ਵਧਣਾ ਤੇ ਕੀ ਪਿੱਛੇ ਹੋਇਆ ਵੀ ਨਹੀਂ ਜਾਣਾ ਤੈਂ ਹੱਸਣਾ ਤੇ ਕੀ ਤੇਥੋਂ ਰੋਇਆ ਵੀ ਨਹੀਂ ਜਾਣਾ ਤੈਂ ਜਾਗਣਾ ਤੇ ਕੀ ਤੇਥੋਂ ਸੋਇਆ ਵੀ ਨਹੀਂ ਜਾਣਾ ਤੂੰ ਕਹਿੰਦਾ ਮੱਥਾ ਨਹੀਂ ਟੇਕਣਾ ਚੱਲ ਤਾਂ ਸਹੀ ਇੱਕ ਵਾਰੀ ਮੇਰੇ ਗੁਰੂ ਦੇ ਦਰਸ਼ਨਾਂ ਵਿੱਚ ਖਿੱਚ ਹੀ ਇਹੋ ਜਿਹੀ ਹੈ ਅੱਛਾ ਜੀ ਚਲੋ ਮੰਨਿਆ ਮਨਾਇਆ ਲੈ ਕੇ ਤੁਰ ਪਿਆ ਨਾਲ ਭਾਈ ਤਿਲਕੂ ਜੋਗੀ ਨੂੰ ਅਰਦਾਸਾਂ ਕਰਦਾ ਜਾਂਦਾ ਸੱਚੇ ਪਾਤਸ਼ਾਹ ਇਹਦੇ ਮਨ ਵਿੱਚ ਹੰਕਾਰ ਬਹੁਤ ਇਹਦਾ ਹੰਕਾਰ ਕੱਢ ਦਿਓ ਲੰਮੀ ਉਮਰ ਦਾ ਹੰਕਾਰ ਕੱਢ ਦਿਓ ਇਹਦਾ ਤੇ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਨੇ ਗੜ੍ਹ ਸ਼ੰਕਰ ਤੋਂ ਤੁਰੇ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਸੱਦ ਕੇ ਕਹਿੰਦੇ ਐ ਵੀ ਅੱਜ ਗੜ੍ਹ ਸ਼ੰਕਰ ਵਾਲਾ ਤਿਲਕੂ ਆ ਰਿਹਾ ਭਾਈ ਤੇ ਬਾਹਰ ਨਾ ਸਾਡੇ ਬੈਠਣ ਵਾਸਤੇ ਤੰਬੂ ਲਗਵਾਓ ਮਹਾਰਾਜ ਇੱਥੇ ਅੰਦਰੇ ਮਿਲ ਲਵਾਂਗੇ ਕਹਿੰਦੇ ਨਹੀਂ ਬਚਨ ਮੰਨੋ ਬਾਹਰ ਤੰਬੂ ਲਗਵਾ ਦਿੱਤਾ ਮਹਾਰਾਜ ਕਹਿੰਦੇ ਤੰਬੂ ਦੇ ਵਿਚਾਲੇ ਇੱਕ ਪਰਦਾ ਲਵਾ ਦਿਓ ਖੁੱਲਾ ਨਾ ਰਹੇ ਉਹ 'ਚ ਪਰਦਾ ਲਵਾ ਦਿਓ ਅੱਛਾ ਜੀ ਸਤ ਬਚਨ ਜੋ ਗੁਰੂ ਕਰਦਾ ਗੁਰੂ ਦੀ ਗੁਰੂ ਜਾਣਦਾ ਆਪਾਂ ਕੀ ਜਾਣ ਸਕਦੇ ਆ ਬਈ ਅੱਛਾ ਜੀ ਪਰਦਾ ਲਗਵਾ ਦਿੱਤਾ ਤੇ ਭਾਈ ਤਿਲਕੂ ਜੀ ਆ ਗਏ ਨਾਲ ਲੈ ਕੇ ਜੋਗੀ ਨੂੰ ਤੇ ਮਹਾਰਾਜ ਦੇ ਸਿੱਖਾਂ ਨੇ ਦੱਸਿਆ ਕਹਿੰਦੇ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਵੀ ਸਿੱਧੇ ਦਰਬਾਰ ਸਾਹਿਬ ਨਾ ਆਇਓ ਤੁਹਾਡੇ ਵਾਸਤੇ ਤੰਬੂ ਲੱਗਾ ਇੱਕ ਪਾਸੇ ਜਾ ਕੇ ਬਹਿ ਜਾਓ ਭਾਈ ਤਿਲਕੂ ਜਾ ਕੇ ਨਾਲ ਜੋਗੀ ਨੂੰ ਲੈ ਕੇ ਉੱਥੇ ਬਹਿ ਗਿਆ ਜੀ ਹੁਣ ਪੰਜਵੇਂ ਪਾਤਸ਼ਾਹ ਦੂਜੇ ਪਾਸੇ ਆ ਕੇ ਤੰਬੂ ਦੇ ਬਹਿ ਗਏ ਵਿਚਾਲੇ ਪਰਦਾ ਲੱਗਾ ਹੋਇਆ ਜਦੋਂ ਮਹਾਰਾਜ ਤੰਬੂ ਵਿੱਚ ਬੈਠੇ ਆ ਕੇ ਨਾ ਤੇ ਬੈਠਦੇ ਸਾਰ ਕਹਿੰਦੇ ਆਓ ਜੋਗੀ ਜੀ ਕੀ ਹਾਲ ਹੈ ਕਹਿੰਦਾ ਜੀ ਕਿਰਪਾ ਦਇਆ ਭਗਵਾਨ ਦੀ ਕਹਿੰਦੇ ਕੋਈ ਤੰਗੀ ਤਕਲੀਫ ਤਾਂ ਨਹੀਂ ਕਿਰਪਾ ਜੀ ਬੜੇ ਸੋਹਣੇ ਆਏ ਅੱਛਾ ਹੁਣ ਇਹ ਕਹਿੰਦਾ ਸੀ ਮੈਂ ਮੱਥਾ ਨਹੀਂ ਟੇਕਣਾ ਵੀ ਉਹ 35-36 ਸਾਲ ਦੇ ਮੈਂ 110 ਸਾਲ ਦਾ ਹੰਕਾਰ ਸੀ ਉਮਰ ਦਾ ਤੇ ਮਹਾਰਾਜ ਪੁੱਛਦੇ ਆ ਕਹਿੰਦੇ ਜੋਗੀ ਜੀ ਇਹ ਤਾਂ ਦੱਸੋ ਤੁਹਾਡਾ ਇੱਕ ਕੰਨ ਕਿੱਥੇ ਹੈ ਇਹ ਬੜਾ ਹੈਰਾਨ ਹੋ ਗਿਆ ਵੀ ਹੈ ਕਦੇ ਮਿਲੇ ਨਹੀਂ ਕਦੇ ਦੇਖਿਆ ਨਹੀਂ ਕਦੇ ਪਹਿਲੀ ਵਾਰੀ ਆਏ ਆ ਇਹਨਾਂ ਨੂੰ ਕਿੱਦਾਂ ਪਤਾ ਮੇਰਾ ਇੱਕ ਕੰਨ ਹੈ ਨਹੀਂ ਇਹ ਜੋਗੀ ਦਾ ਇੱਕ ਕੰਨ ਹੈ ਨਹੀਂ ਸੀ ਜੀ ਕਹਿੰਦਾ ਜੀ ਮੇਰਾ ਕੰਨ ਸਮੁੰਦਰ ਵਿੱਚ ਕਿਸੇ ਜਾਨਵਰ ਨੇ ਖਾ ਲਿਆ ਸੀ ਮਾਰੇ ਕਹਿੰਦੇ ਅੱਛਾ ਉਹ ਕਿੱਦਾਂ ਪਰਦਾ ਲੱਗਾ ਹੋਇਆ ਵਿਚਾਲੇ ਦੇਖ ਨਹੀਂ ਰਹੇ ਇੱਕ ਦੂਜੇ ਨੂੰ ਕਹਿੰਦੇ ਉਹ ਕਿੱਦਾਂ ਕਹਿੰਦਾ ਜੀ ਮੇਰੀ ਉਮਰ 20 ਸਾਲ ਦੀ ਸੀ ਉਦੋਂ ਮੈਂ ਸਮੁੰਦਰ ਦੇ ਵਿੱਚ ਕਿਤੇ ਜਾ ਰਿਹਾ ਸੀ ਬੇੜੇ 'ਚ ਸਵਾਰ ਹੋਇਆ ਜਹਾਜ਼ ਵਿੱਚ ਸਵਾਰ ਹੋਇਆ ਤੇ ਤੂਫਾਨ ਆ ਗਿਆ ਤੂਫਾਨ ਆਏ ਤੋਂ ਜਿਹੜੇ ਯਾਤਰੂ ਸੀ ਉਹ ਕਹਿਣ ਲੱਗੇ ਭਾਈ ਵੀ ਤੂਫਾਨ ਤਾਂ ਸ਼ਾਂਤ ਹੋਏਗਾ ਜੇ ਕਿਸੇ ਨੌਜਵਾਨ ਦੀ ਬਲੀ ਦੇਵਾਂਗੇ ਤਾਂ
ਕਹਿੰਦੇ ਫਿਰ ਮਹਾਰਾਜ ਪੁੱਛਦੇ ਆ, ਕਹਿੰਦੇ ਫਿਰ ਕਹਿੰਦੇ ਸਾਰਿਆਂ ਦੇ ਵਿੱਚ ਮੈਂ ਹੀ ਜਵਾਨ ਸੀ, ਇੱਕ ਨੌਜਵਾਨ ਸੀ 20 ਸਾਲ ਦਾ, ਮੇਰੇ ਕੰਨ ਵਿੱਚ ਮੁੰਦਰ ਪਾਈ ਹੋਈ, ਮੁੰਦਰਾਂ ਪਾਉਂਦੇ ਨੇ ਨਾ ਜੋਗੀ ਜੀ, ਕਹਿੰਦੇ ਉਹਨਾਂ ਚੁੱਕ ਕੇ ਸਾਰਿਆਂ ਨੇ ਸਮੁੰਦਰ 'ਚ ਮਾਰਿਆ ਮੈਨੂੰ। ਕਹਿੰਦੇ ਛੱਲ ਵੱਜੀ, ਛੱਲ ਵੱਜਣ ਦੇ ਨਾਲ ਹੌਲੀ ਹੌਲੀ ਰੁੜਦਾ ਰੁੜਦਾ ਮੈਂ ਕਿਨਾਰੇ ਤੇ ਆ ਗਿਆ। 20 ਸਾਲ ਦੀ ਉਮਰ, ਹੁਣ 110 ਸਾਲ ਦੀ, 90 ਸਾਲ ਪੁਰਾਣੀ ਗੱਲ ਦੱਸ ਰਿਹਾ ਮਾਰੇ। ਕਹਿੰਦੇ ਅੱਛਾ ਫਿਰ ਕਹਿੰਦੇ ਜੀ ਜਦੋਂ ਸੁੱਟਿਆ ਨਾ ਸਮੁੰਦਰ ਦੇ ਵਿੱਚ ਮੈਨੂੰ ਉਹਨਾਂ ਨੇ, ਤੇ ਪਤਾ ਨਹੀਂ ਕਿਸੇ ਜਾਨਵਰ ਨੇ ਮੇਰਾ ਕੰਨ ਖਾ ਲਿਆ ਉਹਨੂੰ। ਮਹਾਰਾਜ 20 ਸਾਲ ਦੀ ਉਮਰ ਤੋਂ ਲੈ ਕੇ 110 ਸਾਲ ਦਾ ਹੋ ਗਿਆ, ਮੇਰਾ ਇੱਕੋ ਕੰਨ ਹੈ, ਦੂਜਾ ਕੰਨ ਹੈ ਨਹੀਂ। ਅੱਛਾ ਮਹਾਰਾਜ ਕਹਿੰਦੇ ਕੰਨ ਵਿੱਚ ਮੁੰਦਰ ਵੀ ਪਾਈ ਸੀ? ਹਾਂ ਸੱਚੇ ਪਾਤਸ਼ਾਹ ਸਾਡਾ ਧਰਮ ਹੈ, ਅਸੀਂ ਜੋਗੀ ਲੋਕ ਮੁੰਦਰਾਂ ਪਾਉਂਦੇ ਆ। ਅੱਛਾ ਜਦੋਂ ਵੇਖੋ 90 ਸਾਲ ਦੀ ਪੁਰਾਣੀ ਗੱਲ ਹੈ, ਜਦੋਂ ਇੰਨੀ ਗੱਲ ਸੁਣੀ ਨਾ ਤੇ ਮਹਾਰਾਜ ਨੇ ਇਦਾਂ ਕਰਕੇ ਤੰਬੂ ਲੱਗਾ, ਸਮਝ ਲਓ ਆ ਪਰਦਾ ਲੱਗਾ ਹੋਇਆ, ਤੇ ਮਹਾਰਾਜ ਨੇ ਇਦਾਂ ਤੰਬੂ ਚੁੱਕਿਆ ਤਾਂ ਥੱਲੇ ਹੱਥ ਨਾਲ, ਤੰਬੂ ਚੁੱਕ ਕੇ ਤੇ ਮਹਾਰਾਜ ਨੇ ਥੱਲਿਓਂ ਇਦਾਂ ਹੱਥ ਕੱਢਿਆ, ਕੱਢ ਕੇ ਕਹਿੰਦੇ ਜੋਗੀ ਪਛਾਣ ਖਾ ਆ ਕੰਨ ਤੇ ਮੁੰਦਰ ਤੇਰੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਕੰਨ ਤੇ ਮੁੰਦਰ ਤੇਰੀ ਹੈ, ਹੱਥ ਤੇ ਉਹ ਕੰਨ ਪਿਆ ਨਾਲੇ ਮੁੰਦਰ ਪਈ। ਜਦੋਂ ਜੋਗੀ ਨੇ ਵੇਖਿਆ, ਓਹੋ ਅੱਛਾ ਮੈਂ ਤੇ ਕਹਿੰਦਾ ਸੀ 35-36 ਸਾਲ ਦਾ ਕੋਈ ਆਮ ਜਿਹਾ ਹੀ ਹੋਣਾ ਹੈ, ਇਹ ਤਾਂ ਮੇਰੇ ਪੁਰਾਣੇ ਤੋਂ ਪੁਰਾਣੇ ਪੋਤੜੇ ਫੋਲੀ ਜਾਂਦਾ, ਇਹੋ ਜਿਹਾ ਮਹਾਨ ਗੁਰੂ। ਰੋਂਦਾ ਉੱਚੀ ਉੱਚੀ, ਨਾਲੇ ਰੋਂਦਾ ਨਾਲੇ ਆਖਰੀ ਧਾਰਨਾ ਪੜੀਏ, ਨਾਲੇ ਰੋਂਦਾ ਤੇ ਨਾਲੇ ਮਹਾਰਾਜ ਨੂੰ ਇਦਾਂ ਕਹਿੰਦਾ ਸੱਚੇ ਪਾਤਸ਼ਾਹ ਭੁੱਲ ਹੋ ਗਈ, ਕਿਰਪਾ ਕਰੋ ਆ ਪਰਦਾ ਚੁੱਕ ਦਿਓ ਤੇ ਮੈਨੂੰ ਦਰਸ਼ਨ ਦਿਓ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਜਿਹੜਾ ਕਹਿੰਦਾ ਸੀ ਮੈਂ ਮੱਥਾ ਨਹੀਂ ਟੇਕਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੀ ਮਹਿਮਾ ਹੈ, ਨਾਲੇ ਰੋਂਦਾ ਨਾਲੇ ਕਹਿੰਦਾ ਹੈ ਚੁੱਕੋ ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਤੇ ਭੁੱਲਿਆਂ ਨੂੰ ਰਾਹੇ ਪਾ ਦਿਓ। ਚੁੱਕੋ ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਚੁੱਕੋ ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਚੁੱਕੋ ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਪੜੋ ਪੜੋ ਵਾਹ ਭੁੱਲਿਆਂ ਨੂੰ ਰਾਹੇ ਪਾ ਦਿਓ। ਪੜਦਾ ਗੁਰੂ ਜੀ ਦਰਸ਼ਨ ਬਖਸ਼ੋ, ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਚੁੱਕੋ ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਭੁੱਲਿਆਂ ਨੂੰ ਰਾਹੇ ਪਾ ਦਿਓ। ਪੜਦਾ ਗੁਰੂ ਜੀ ਦਰਸ਼ਨ ਦੇ ਦਿਓ, ਚੁੱਕੋ ਪੜਦਾ ਭੁੱਲਿਆਂ ਨੂੰ ਰਾਹੇ ਪਾ ਦਿਓ। ਦਾਤਾ ਗਰੀਬ ਨਵਾਜ ਨਵਾਜ ਗਰੀਬਾਂ ਨੂੰ, ਦਾਤਾ ਗਰੀਬ ਨਵਾਜ ਨਵਾਜ ਗਰੀਬਾਂ ਨੂੰ, ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ, ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ, ਦਾਤਾ ਗਰੀਬ ਨਵਾਜ ਗਰੀਬਾਂ ਨੂੰ। ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ। ਤੈਨੂੰ ਕਹਿੰਦੇ ਗਰੀਬ ਨਵਾਜ ਨਵਾਜ ਗਰੀਬਾਂ ਨੂੰ, ਦਾਤਾ ਗਰੀਬ ਨਵਾਜ ਨਵਾਜ ਗਰੀਬਾਂ ਨੂੰ। ਤੈਨੂੰ ਕਹਿੰਦੇ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ, ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ, ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ। ਜੋ ਵੀ ਹੁਣ ਧਾਹਾਂ ਮਾਰਦਾ ਹੈ, ਨਾਲੇ ਰੋਂਦਾ ਨਾਲੇ ਕਹਿੰਦਾ ਮਹਾਰਾਜ ਕਿਰਪਾ ਕਰੋ ਹੁਣ ਦਰਸ਼ਨ ਬਖਸ਼ੋ ਮੈਨੂੰ। ਤੇ ਮਹਾਰਾਜ ਕਹਿੰਦੇ ਨਹੀਂ ਭਾਈ ਮੈਂ ਤੇ 35-36 ਦਾ, ਤੂੰ 110 ਸਾਲ ਦਾ, ਮੈਂ ਪੜਦਾ ਨਹੀਂ ਚੁੱਕਦਾ, ਤੇਰੀ ਤਾਂ ਉਮਰ ਬਹੁਤ ਹੈ, ਬੰਦਗੀ ਬਹੁਤ ਹੈ। ਨਹੀਂ ਮਹਾਰਾਜ ਮੇਰੇ ਕੋਲ ਭੁੱਲ ਹੋ ਗਈ, ਮੈਨੂੰ ਬਖਸ਼ ਦਿਓ। ਫਿਰ ਮਹਾਰਾਜ ਨੇ ਪੜਦਾ ਚੁੱਕਿਆ ਤੇ ਫਿਰ ਦਰਸ਼ਨ ਬਖਸ਼ਿਸ਼ ਕੀਤੇ, ਪੈਰੀ ਪੈ ਗਿਆ, ਨਾਲੇ ਭੁੱਲਾਂ ਬਖਸ਼ਾਈਆਂ, ਗਲਤੀ ਮੰਗੀ ਤੇ ਮਹਾਰਾਜ ਭਾਈ ਤਿਲਕੂ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ 92 ਪਾਤਸ਼ਾਹ ਨੇ। ਕਹਿੰਦੇ ਤਿਲਕੂ
ਤੂੰ ਗੁਰੂ ਨਾਨਕ ਦੀ ਸਿੱਖੀ ਚੋਂ ਪਾਸ ਹੋ ਗਿਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜੇ ਤੂੰ ਕਿਤੇ ਸਵਰਗਾਂ ਦੇ ਲਾਲਚ ਵਿੱਚ ਆਪਣਾ ਧਰਮ ਛੱਡ ਕੇ ਇਹਦੇ ਦਰਸ਼ਨ ਕਰਨ ਚੱਲਿਆ ਜਾਂਦਾ ਤਾਂ ਫੇਲ ਹੋ ਜਾਣਾ ਸੀ। ਤੂੰ ਇਹ ਗੱਲ ਪੱਕੀ ਰੱਖੀ ਹੈ। ਕਿਹੜੀ ਗੱਲ? ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਘਟਿਐ ਜਮ ਕੀ ਫਾਸਾ। ਤੂੰ ਇਹ ਗੱਲ ਵਿੱਚ ਪਾਸ ਹੋ ਗਿਆ। ਮਹਾਰਾਜ ਨੇ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੇ ਭਾਈ ਤਿਲਕੂ ਨੇ ਫਿਰ ਹੱਥ ਜੋੜੇ ਕਹਿੰਦੇ ਮਹਾਰਾਜ ਕਿਰਪਾ ਕਰੋ, ਇਹ ਸਿੱਖੀ ਤੁਹਾਡੇ ਚਰਨਾਂ ਵਿੱਚ ਇੱਦਾਂ ਹੀ ਸਾਡੀ ਸਿੱਖੀ ਸਿੱਧਕ ਨਿਭ ਜਾਵੇ ਆਖਰੀ ਸਾਹ ਤੱਕ। ਜਿਹੜੀ ਆਪਾਂ ਗੱਲ ਕੀਤੀ ਸੀ ਨਾ ਵੀ ਆਪਣੇ ਕੋਲੋਂ ਨਹੀਂ ਸਿੱਖੀ ਨਿਭਾ ਹੋਣੀ, ਆਪਣੇ ਕੋਲੋਂ ਨਹੀਂ ਗੁਰੂ ਦੇ ਬਚਨ ਨਿਭਾ ਹੋਣੇ, ਬਹੁਤ ਔਖੇ ਨੇ। ਕਿਸੇ ਸਮੇਂ ਭਾਈ ਗੁਰਦਾਸ ਜੀ ਵਰਗਿਆਂ ਨੇ ਕਹਿ ਦਿੱਤਾ ਸੀ ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ, ਵੀ ਜੇ ਗੁਰੂ ਕਿਤੇ ਪਰਖ ਦਾ ਪਰਚਾ ਪਾ ਦੇਵੇ ਸਿੱਖ ਨੂੰ ਡੋਲਣਾ ਨਹੀਂ ਚਾਹੀਦਾ। ਪਰ ਨਹੀਂ ਭਾਈ, ਮੁੜ ਕੇ ਉਸੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਦੂਜੀ ਵਾਰ ਵੀ ਉਚਾਰੀ ਸੀ ਵੀ ਜੇ ਗੁਰੂ ਸਾਹਿਬ ਜੀ ਪਰਖ ਕਿਤੇ ਕਰ ਦੇਣ, ਪਰਚਾ ਪਾ ਦੇਣ ਤਾਂ ਸਿੱਖ ਦੇ ਵਸ ਵਿੱਚ ਨਹੀਂ ਹੈ ਪਾਸ ਹੋ ਜਾਵੇ। ਇਹ ਗੁਰੂ ਕਿਰਪਾ ਕਰੇ ਤੇ ਤਾਂ ਹੀ ਇਹਨਾਂ ਕਠਿਨਾਈਆਂ ਚੋਂ ਲੰਘ ਹੁੰਦਾ। ਆਪਾਂ ਵਿਚਾਰ ਇੱਥੋਂ ਆਰੰਭ ਕੀਤੀ ਸੀ ਭਾਈ, ਜਿਹੜਾ ਸਿੱਖ ਗੁਰੂ ਨੂੰ ਹਰ ਕੰਮ ਵਿੱਚ ਅੱਗੇ ਰੱਖਦਾ, ਗੁਰੂ ਸਾਹਿਬ ਫਿਰ ਉਹਦੀ ਕਦੇ ਪਿੱਠ ਨਹੀਂ ਲੱਗਣ ਦਿੰਦੇ। ਇਸ ਕਰਕੇ ਸਦਾ ਮਨ ਵਿੱਚ ਇਹ ਭਾਵ ਬਣਾਓ, ਸਾਰੇ ਸਤਿਕਾਰਯੋਗ ਨੇ, ਸਾਰੇ ਧਰਮ ਸਤਿਕਾਰਯੋਗ ਨੇ, ਕੋਈ ਮਾੜਾ ਨਹੀਂ ਹੈ। ਮੈਂ ਬਹੁਤ ਥਾਵਾਂ 'ਤੇ ਬੇਨਤੀ ਕਰਦਾ ਹੁੰਦਾ ਜੀ ਵੀ ਤਾਏ ਚਾਚੇ ਪਿਓ ਆਪਣਾ ਹੀ ਚੰਗਾ ਹੁੰਦਾ ਹੈ, ਆਪਣੇ ਪਿਓ ਨੂੰ ਆਪਣਾ ਪਿਓ ਹੀ ਕਹੀਦਾ ਹੈ, ਪਰ ਮਾੜੇ ਤਾਏ ਚਾਚੇ ਵੀ ਨਹੀਂ ਹੁੰਦੇ। ਸਤਿਕਾਰ ਉਹਨਾਂ ਦਾ ਵੀ ਕਰਨਾ ਹੈ, ਪਰ ਜਿਹੜੀ ਦਾਤ ਜਿਹੜਾ ਪਿਆਰ ਤੁਹਾਨੂੰ ਤੁਹਾਡੇ ਪਿਓ ਕੋਲੋਂ ਮਿਲ ਸਕਦਾ ਉਹ ਤਾਇਆ ਚਾਚਿਆਂ ਕੋਲ ਨਹੀਂ ਮਿਲ ਸਕਦਾ ਕਦੇ। ਇਸ ਕਰਕੇ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਆਪਣੀ ਟੇਕ ਰੱਖੋ। ਇਸ ਦਰ ਤੋਂ ਬਿਨਾਂ ਹੋਰ ਦਰ 'ਤੇ ਕਦੇ ਆਸ ਨਾ ਰੱਖੋ, ਕਿਸੇ ਦੀ ਨਿੰਦਿਆ ਨਾ ਕਰੋ। ਸੱਚੇ ਪਾਤਸ਼ਾਹ ਨੂੰ ਆਖੋ ਮਹਾਰਾਜ ਜਿੱਦਾਂ ਦੇ ਵੀ ਹਾਂ, ਮਾੜੇ ਆ ਚੰਗੇ ਆ ਤੁਹਾਡਿਆਂ ਦੀ ਤੁਹਾਨੂੰ ਦਾਤ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਆਓ ਇੰਨੀ ਸੇਵਾ ਕਰਿਓ ਪ੍ਰਵਾਨ। ਬੋਲਦਿਆਂ ਕੋਲੋਂ ਵਿਚਾਰ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹਨ। ਅਣਜਾਣ ਬੱਚੇ ਹਾਂ ਖਿਮਾ ਕਰ ਦੇਣੀ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਧੰਨਵਾਦ ਭਾਈ ਮਨਧੀਰ ਸਿੰਘ ਜੀ ਹੁਣਾਂ ਦਾ, ਤੇ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਇੱਥੇ ਜੁੜ ਕੇ ਬੈਠੇ ਹਾਂ। ਆਓ ਦਾਸਾਂ ਵੱਲੋਂ ਇੰਨਾ ਸਮਾਂ ਪ੍ਰਵਾਨ ਕਰਿਓ। ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਮਗਰ ਮਹਾਂਪੁਰਖ ਆਏ ਹਨ, ਜਿਵੇਂ ਉਹਨਾਂ ਦੀ ਮੌਜ ਹੋਏਗੀ ਆਪ ਸਾਰੀਆਂ ਸੰਗਤਾਂ ਨੂੰ ਆਪਣੇ ਕੀਮਤੀ ਬਚਨ ਸੁਣਾ ਕੇ ਨਿਹਾਲ ਕਰਨਗੇ ਜੀ। ਸਾਰਿਆਂ ਦਾ ਧੰਨਵਾਦ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸ਼ਲੋਕ ਪਵਨ